हाँ जी वीर जी, आवाज आ रही है जी। हेलो। ठीक है जी, आवाज आ रही है। एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਸੋਮਵਾਰ ਨੂੰ ਮੀਰੀ ਪੀਰੀ ਸਿਧਾਂਤ ਉੱਤੇ ਵਿਚਾਰ ਸ਼ੁਰੂ ਕੀਤੀ ਸੀ। ਅੱਜ ਲੜੀ ਜੋੜਨ ਦੇ ਵਾਸਤੇ ਮੈਂ ਬਿਲਕੁਲ ਸੰਖੇਪ ਰੂਪ ਵਿੱਚ ਆਪ ਜੀ ਦੇ ਨਾਲ ਗੱਲ ਕਰ ਰਿਹਾ ਕਿ ਸਭ ਤੋਂ ਪਹਿਲਾਂ ਆਪਾਂ ਇਸ ਚੀਜ਼ ਨੂੰ ਡਿਸਕਸ ਕੀਤਾ ਸੀ ਕਿ ਸਾਨੂੰ ਮੀਰੀ ਪੀਰੀ ਬਾਰੇ ਆਮ ਤੌਰ ਦੇ ਉੱਤੇ ਤਿੰਨ ਢੰਗ ਨਾਲ ਗੱਲ ਸਮਝਾਈ ਜਾਂਦੀ ਹੈ। ਪਹਿਲਾ ਤਾਂ ਇਹ ਕਿ ਮੀਰੀ ਪੀਰੀ ਦਾ ਵਿਚਾਰ ਸਿੱਖੀ ਦੇ ਵਿੱਚ ਪਹਿਲਾਂ ਮੌਜੂਦ ਨਹੀਂ ਸੀ, ਇਹ ਛੇਵੇਂ ਪਾਤਸ਼ਾਹ ਨੇ ਦਿੱਤਾ। ਦੂਜੀ ਗੱਲ ਸਾਨੂੰ ਇਹ ਸਮਝਾਈ ਜਾਂਦੀ ਹੈ ਕਿ ਸੰਤ ਤੇ ਸਿਪਾਹੀ, ਇੱਕ ਸਿੱਖ ਦੇ ਕੋਲ ਸੰਤ ਵੀ ਹੋਣ ਦਾ ਰਸਤਾ ਹੈ ਤੇ ਸਿਪਾਹੀ ਵੀ ਹੋਣ ਦਾ ਰਸਤਾ ਹੈ। ਉਹਦੇ ਲਈ ਦੋਵੇਂ ਹੀ ਸਿੱਖ ਲਈ ਠੀਕ ਹਨ, ਦੋਨੋਂ ਰਸਤੇ ਹੀ। ਤਾਂ ਮੀਰੀ ਪੀਰੀ ਦਾ ਮਤਲਬ ਵੀ ਇਹੀ ਹੈ ਕਿ ਉਹ ਮੀਰ ਦੇ ਗੁਣ ਵੀ ਆਪਣੇ ਧਾਰਨ ਕਰ ਸਕਦਾ ਹੈ ਤੇ ਪੀਰ ਦੇ ਗੁਣ ਵੀ ਧਾਰਨ ਕਰ ਸਕਦਾ। ਤੇ ਜੇ ਉਹ ਸੰਤ ਦੇ ਰਸਤੇ ਉੱਤੇ ਤੁਰ ਰਿਹਾ ਤਾਂ ਵੀ ਠੀਕ ਹੈ, ਜੇ ਸਿਪਾਹੀ ਭਾਵ ਸਿਆਸਤ ਦੇ ਰਸਤੇ ਉੱਤੇ ਤੁਰ ਰਿਹਾ ਦੋਵੇਂ ਠੀਕ ਹਨ। ਤਾਂ ਇਹ ਸਾਨੂੰ ਦੋਨੋਂ ਰਸਤਿਆਂ ਨੂੰ ਠੀਕ ਕਹਿਣ ਦੇ ਲਈ ਇਸ ਸਿਧਾਂਤ ਨੂੰ ਸਾਨੂੰ ਵਰਤਿਆ ਜਾਂਦਾ, ਦੱਸਿਆ ਜਾਂਦਾ। ਤੇ ਤੀਜੀ ਗੱਲ ਸਾਨੂੰ ਇਹ ਸਮਝਾਈ ਜਾਂਦੀ ਹੈ ਕਿ ਮੀਰੀ ਪੀਰੀ ਸਿਧਾਂਤ ਦਾ ਅਰਥ ਇਹ ਹੈ ਕਿ ਧਰਮ ਦਾ ਸਿਆਸਤ ਦੇ ਉੱਤੇ ਕੁੰਡਾ ਹੈ। ਸਿੱਖ ਧਰਮ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਧਰਮ ਦੇ ਅਧੀਨ ਹੈ ਤੇ ਧਰਮ ਉਹਦੇ ਉੱਤੇ ਕੁੰਡਾ ਰੱਖਦਾ। ਤੋਂ ਅਸੀਂ ਤਿੰਨਾਂ ਨੂੰ ਪਹਿਲਾਂ ਐਗਜ਼ਾਮਿਨ ਕੀਤਾ ਸੀ ਤੇ ਦੇਖਿਆ ਸੀ ਕਿ ਤਿੰਨੇ ਕਨਸੈਪਟ ਜਿਹੜੇ ਨੇ ਕਿਸੇ ਨਾ ਕਿਸੇ ਕਾਰਨ ਇਹ ਸਿਧਾਂਤਾਂ ਤੇ ਇਤਿਹਾਸ ਤੇ ਇਹਨਾਂ ਚੀਜ਼ਾਂ ਤੇ ਪੂਰੇ ਨਹੀਂ ਉਤਰਦੇ। ਇਹਨਾਂ ਦੇ ਵਿੱਚ ਸਾਨੂੰ ਕੋਈ ਨਾ ਕੋਈ ਘਾਟ ਰਹਿ ਜਾਂਦੀ ਹੈ। ਤਾਂ ਸਾਨੂੰ ਲੋੜ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਣ ਲਈ ਥੋੜੀ ਜਿਹੀ ਨਵੀਂ ਸੋਚ ਤਿਆਰ ਕਰਾਂ। ਫਿਰ ਅਸੀਂ ਗੱਲ ਸ਼ੁਰੂ ਕੀਤੀ ਸੀ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਤੋਂ ਵੀ ਅਕਾਲ ਪੁਰਖ ਪ੍ਰੇਮ ਦਾ ਸਰੂਪ ਹੈ, ਉਹਨੇ ਪ੍ਰੇਮ ਦੇ ਵਿੱਚ ਆ ਕੇ ਹੀ ਇਹ ਜਗਤ ਨੂੰ ਬਣਾਇਆ ਹੈ। ਤੇ ਜਦੋਂ ਪ੍ਰੇਮ ਦੀ ਕਿਰਤ ਹੈ ਤਾਂ ਇਹਦੇ ਵਿੱਚ ਕੋਈ ਦੋ ਹਿੱਸੇ ਜਾਂ ਦੋ ਕਿਸਮ ਦੇ ਲੋਕ, ਕੋਈ ਨਿਆਂ ਅਨਿਆਂ ਦੀ ਲੋੜ ਨਹੀਂ ਹੋਣੀ ਚਾਹੀਦੀ, ਸਾਰੇ ਬਰਾਬਰ ਹੀ ਹਨ। ਤਾਂ ਫਿਰ ਇਸ ਕਰਕੇ ਦੂਜੀ ਗੱਲ ਇਹ ਹੈ ਕਿ ਜਗਤ ਦੇ ਬਾਰੇ ਗੁਰਮਤਿ ਸਿਧਾਂਤ ਕੀ ਹੈ ਕਿ ਜਗਤ ਨੂੰ, ਕਿਉਂਕਿ ਬਹੁਤ ਸਾਰੇ ਧਰਮਾਂ ਦੇ ਵਿੱਚ ਪਾਪਾਂ ਦਾ ਘਰ, ਦੁੱਖਾਂ ਦਾ ਘਰ ਤੇ ਤਿਆਗਣ ਵਾਲੀ ਵਸਤੂ ਕਿਹਾ ਹੈ। ਤਾਂ ਉਹਦੇ ਵਿੱਚ ਵੀ ਅਸੀਂ ਦੇਖਿਆ ਸੀ ਕਿ ਇਹ ਸਿਧਾਂਤ ਜਿਹੜੇ ਹਨ ਇਹ ਸਿੱਖ ਧਰਮ ਦੇ ਵਿੱਚ ਜਗਤ ਦੇ ਵਿੱਚ ਰਹਿ ਕੇ ਅਕਾਲ ਪੁਰਖ ਦੇ ਨਾਲ ਜੁੜ ਕੇ ਉਹਦੀ ਸਿਫਤ ਸਲਾਹ ਕਰਕੇ ਨਾਮ ਜਪ ਕੇ ਅਸੀਂ ਅਕਾਲ ਪੁਰਖ ਤੱਕ ਪਹੁੰਚਣਾ ਹੈ। ਤਾਂ ਜੇ ਅਸੀਂ ਧਰਮ ਦਾ ਕਮਾਉਣਾ ਹੈ ਜਗਤ ਦੇ ਵਿੱਚ ਰਹਿ ਕੇ ਤਾਂ ਨਾਲ ਆਟੋਮੈਟਿਕਲੀ ਸਾਡੀ ਡਿਊਟੀ ਇਹ ਆ ਜਾਂਦੀ ਹੈ ਕਿ ਜਿਸ ਢੰਗ ਨਾਲ ਅਸੀਂ ਆਪਣੀ ਆਤਮਿਕ ਤਰੱਕੀ ਦੇ ਲਈ ਕੰਮ ਕਰਨਾ, ਉਸੇ ਢੰਗ ਨਾਲ ਇਸ ਜਗਤ ਨੂੰ ਜਿਹੜਾ ਹੈ ਉਹ ਧਰਮਸਾਲ ਬਣਾਉਣਾ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਵੀ ਅਸੀਂ ਇਸ ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਭਾਲਕ ਹੈ। ਵੀ ਇਹ ਜਗਤ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਨਿਯਮ ਵਰਤਣੇ ਚਾਹੀਦੇ ਹਨ ਜਿਹੜੇ ਆਤਮਿਕ ਦੁਨੀਆ ਦੇ ਵਿੱਚ ਵਰਤਦੇ ਹਨ, ਤੇ ਸਿੱਖ ਨੂੰ ਉਹਨਾਂ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਿੱਖ ਲਈ ਇਹ ਇਨਕੰਬੈਂਟ ਹੈ ਕਿ ਜਦੋਂ ਆਪਣੀ ਰੂਹਾਨੀ ਤਰੱਕੀ ਕਰ ਰਿਹਾ ਹੈ ਤਾਂ ਇਸੇ ਰੂਹਾਨੀ ਤਰੱਕੀ ਦੇ ਰਸਤੇ ਸਾਰਿਆਂ ਦੇ ਲਈ ਖੋਲੇ। ਤੇ ਐਸਾ ਤਾਂ ਹੀ ਹੋ ਸਕਦਾ ਹੈ ਕਿ ਜੇ ਅਸੀਂ ਆਪਣੇ ਸਮਾਜ ਨੂੰ ਨਿਆਂਪੂਰਨ ਬਣਾਵਾਂਗੇ, ਦਇਆਵਾਨ ਬਣਾਵਾਂਗੇ, ਸਮਾਨਤਾ ਵਾਲਾ ਬਣਾਵਾਂਗੇ, ਜਿੱਥੇ ਹਰ ਵਿਅਕਤੀ ਨੂੰ ਵਧਣ ਫੁੱਲਣ ਦਾ, ਆਪਣੇ ਆਪ ਨੂੰ ਡਿਵੈਲਪ ਕਰਨ ਦਾ ਮੌਕਾ ਮਿਲੇ, ਧਾਰਮਿਕ ਪੱਖੋਂ ਵੀ ਤੇ ਦੁਨਿਆਵੀ ਪੱਖੋਂ। ਤੋ ਇਸ ਕਰਕੇ ਸਿੱਖ ਧਰਮ ਦੇ ਵਿੱਚ ਅਸੀਂ ਇਹਨੂੰ ਹੋਲ ਲਾਈਫ ਸਿਸਟਮ ਕਿਹਾ। ਇਹਦੇ ਵਿੱਚ ਰਾਜਨੀਤਿਕ ਸਿਸਟਮ ਦੀ ਵੰਡ, ਰਾਜਨੀਤਿਕ ਜੀਵਨ ਇੱਕ ਪਾਸੇ, ਧਾਰਮਿਕ ਜੀਵਨ ਇੱਕ ਪਾਸੇ, ਪਰਿਵਾਰਕ, ਸਮਾਜਿਕ, ਰੂਹਾਨੀ ਜੀਵਨ ਅਲੱਗ-ਅਲੱਗ ਵੱਖ ਜਿਹੜੇ ਅਸੀਂ ਇਹ ਬਾਕਸਿਸ ਬਣਾਏ ਹੋਏ ਨੇ।
ਇਹ ਸਿੱਖ ਧਰਮ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦੇ, ਕਿਉਂਕਿ ਸਿੱਖੀਜ਼ਮ ਦੇ ਵਿੱਚ ਕੋਈ ਵੀ ਇਹਨਾਂ ਦੇ ਵਾਸਤੇ ਵੱਖਰੇ ਅਸੂਲ ਨਹੀਂ ਹਨ। ਇਹ ਹੋਲ ਲਾਈਫ ਸਿਸਟਮ। ਤਾਂ ਅਸੀਂ ਇਹਨਾਂ ਨੂੰ ਇਹ ਵੀ ਪ੍ਰਵਾਨ ਨਹੀਂ ਕਰਨਾ, ਤੇ ਨਾ ਹੀ ਅਸੀਂ ਕੋਈ ਐਸੀ ਚੀਜ਼ ਪ੍ਰਵਾਨ ਕਰਨੀ ਹੈ ਜਿਹੜੇ ਸਾਡੇ ਜੀਵਨ ਦੇ ਉੱਤੇ ਇਹਨਾਂ ਪੱਖਾਂ ਤੋਂ ਕੋਈ ਅਨਿਆਂਪੂਰਨ ਜਿਹੜਾ ਯਤਨ ਹੈ ਉਹ ਮਤਲਬ ਅਸਰ ਪਾਉਂਦੀ ਹੋਵੇ। ਤੇ ਜੇ ਕੋਈ ਐਸੀ ਚੀਜ਼ ਸਾਨੂੰ ਵਰਤਦੀ ਦੱਸੇ ਤਾਂ ਸਾਡੀ ਇਹ ਡਿਊਟੀ ਬਣਦੀ ਹੈ, ਇਟ ਇਜ਼ ਇਨਕੰਬੈਂਟ ਅਪਨ ਅਸ, ਕਿ ਅਸੀਂ ਉਹਨੂੰ ਦੂਰ ਕਰਨ ਦੇ ਲਈ ਯਤਨਸ਼ੀਲ ਰਹੀਏ। ਫਿਰ ਅਸੀਂ ਅੱਗੇ ਗੱਲ ਕੀਤੀ ਸੀ ਕਿ ਜੇ ਅਨਿਆਂ ਹੈ ਜਗਤ ਦੇ ਵਿੱਚ ਤਾਂ ਅਨਿਆਂ ਕਿੱਥੋਂ ਆਉਂਦਾ ਹੈ, ਤੇ ਅਸੀਂ ਵਿਚਾਰ ਕੀਤੀ ਸੀ ਇਹਦੇ ਦੋ ਸੋਰਸਿਸ ਵੱਡੇ ਸਾਡੇ ਕੋਲ ਹਨ। ਹੋਰ ਵੀ ਲੱਭੇ ਜਾ ਸਕਦੇ ਹਨ, ਪਰ ਜਿਹੜੇ ਵੱਡੇ ਸੋਰਸਿਸ ਸਾਡੇ ਸਾਹਮਣੇ ਆ, ਉਹ ਇੱਕ ਧਾਰਮਿਕ ਅਨਿਆਂ ਹੈ ਤੇ ਦੂਜਾ ਸਿਸਟਮ ਦਾ ਭਾਵ ਰਾਜਸੀ ਅਨਿਆਂ। ਭਾਵ ਇੱਕ ਅਮੀਰ ਜਿਹੜਾ ਹੈ ਉਹ ਅਨਿਆਂ ਕਰਦਾ, ਉਹ ਆਪਣਾ ਸਿਸਟਮ ਚਲਾਉਣਾ ਚਾਹੁੰਦਾ ਰੱਬੀ ਸਿਸਟਮ ਦੇ ਉਲਟ, ਤੇ ਜਿਹੜਾ ਪੀਰ ਹੈ ਉਹ ਧਾਰਮਿਕ ਤੌਰ ਦੇ ਉੱਤੇ ਆਪਣੀ ਮਰਜ਼ੀ ਨਾਲ ਧਰਮ ਦੀ ਗੱਲ ਚਲਾਉਣੀ ਚਾਹੁੰਦਾ, ਤੇ ਉਹਦੇ ਵਿੱਚੋਂ ਆਪਣੇ ਨਿਯਮ ਬਣਾ ਕੇ ਤੇ ਧੱਕਾ ਅਨਿਆਂ ਇਹ ਸਾਰਾ ਕੁਝ ਸ਼ੁਰੂ ਕਰ ਦਿੰਦਾ। ਫਿਰ ਅੱਗੇ ਅਸੀਂ ਥੋੜੀ ਜਿਹੀ ਵਿਚਾਰ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਸੀ ਕਿ ਇਹ ਦੋਵੇਂ ਜਿਹੜੇ ਪੱਖ ਹਨ ਇਹ ਦੇਖਣ ਨੂੰ ਤਾਂ ਵੱਖਰੇ ਵੱਖਰੇ ਹਨ, ਪਰ ਅਸਲ ਦੇ ਵਿੱਚ ਇੱਕ ਦੂਜੇ ਨਾਲ ਘਿਓ ਖਿਚੜੀ ਹਨ, ਇੱਕ ਦੂਜੇ ਦੀ ਮਦਦ ਕਰਦੇ ਹਨ। ਤਾਂ ਅਸਲ ਦੇ ਵਿੱਚ ਇਹ ਜ਼ਾਹਰਾ ਤੌਰ ਦੇ ਉੱਤੇ ਵੱਖਰੇ ਹਨ, ਪਰ ਇਹ ਇਨ ਕੋਆਰਡੀਨੇਸ਼ਨ ਐਂਡ ਕੋਆਪਰੇਸ਼ਨ ਔਰ ਪੂਰੀ ਤਰ੍ਹਾਂ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਇਹਦੀਆਂ ਅਸੀਂ ਕੁਝ ਉਦਾਹਰਨਾਂ ਵੀ ਲਈਆਂ ਸੀ। ਤਾਂ ਇੱਥੇ ਤੱਕ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਜੇ ਜਗਤ ਦੇ ਵਿੱਚ ਸਿੱਖ ਦੀ ਡਿਊਟੀ ਹੈ ਕਿ ਅਸੀਂ ਅਨਿਆਂ ਨੂੰ, ਗਲਤ ਗੱਲਾਂ ਨੂੰ, ਇਹਨਾਂ ਚੀਜ਼ਾਂ ਨੂੰ ਦੂਰ ਕਰਨਾ ਹੈ, ਸਾਡੇ ਚਾਹੇ ਸਮਾਜ ਵਿੱਚ ਵਾਪਰ ਰਹੀ ਹੋਵੇ, ਪਰਿਵਾਰ ਵਿੱਚ ਵਾਪਰ ਰਹੀ ਹੋਵੇ, ਰਾਜਸੀ ਸਿਸਟਮ, ਧਰਮ, ਹਰ ਥਾਂ ਤੇ ਜਿਹੜਾ ਵੀ ਪੱਖ ਲੈ ਲਓ, ਉੱਥੇ ਜਦੋਂ ਸਾਨੂੰ ਕੋਈ ਲੱਗੇ ਕਿ ਇੱਥੇ ਕੁਝ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਉਹ ਆਈਡੀਅਲ ਸਮਾਜ ਜਿਹੜਾ ਸਾਡੇ ਧਾਰਮਿਕ ਅਸੂਲਾਂ ਦੇ ਮੁਤਾਬਕ ਠੀਕ ਹੈ, ਜਿਹਦੇ ਵਾਸਤੇ ਅਸੀਂ ਥੋੜੀ ਜਿਹੀ ਵਿਚਾਰ ਕੀਤੀ ਸੀ ਸੰਖੇਪ ਵਿੱਚ। ਜਿਵੇਂ ਸਾਡੇ ਆਤਮਿਕ ਜੀਵਨ ਦੇ ਵਾਸਤੇ ਦੋ ਵਿਚਾਰ ਬਾਣੀ ਚੋਂ ਸਾਨੂੰ ਮਿਲਦੇ ਨੇ, ਇੱਕ ਬੇਗਮਪੁਰਾ ਦਾ ਤੇ ਇੱਕ ਹਲੇਮੀ ਰਾਜ ਦਾ। ਇਹ ਦੋਵੇਂ ਵੀ ਤਾਂ ਹੀ ਆਤਮਿਕ ਜੀਵਨ ਦੇ ਵਿੱਚ ਅਪਲਾਈ ਹੋ ਸਕਦੇ ਨੇ ਜੇ ਇਹ ਬਾਹਰਲੇ ਜਗਤ ਵਿੱਚ ਵੀ ਅਸੀਂ ਇਹਨਾਂ ਨੂੰ ਅਪਲਾਈ ਕਰਾਂਗੇ। ਐਸਾ ਜਗਤ, ਐਸਾ ਸਮਾਜ, ਐਸੀ ਰਹਿਣ ਦੀ ਥਾਂ ਮਨੁੱਖਾਂ ਦੀ ਅਸੀਂ ਘੜਾਂਗੇ ਜਿੱਥੇ ਇਹ ਦੋਵੇਂ ਚੀਜ਼ਾਂ ਵਾਪਰ ਰਹੀਆਂ ਹੋਣ, ਹਲੇਮੀ ਰਾਜ ਵੀ ਹੋਵੇ ਤੇ ਬੇਗਮਪੁਰੇ ਦਾ ਕਨਸੈਪਟ ਵੀ ਉੱਥੇ ਅਪਲਾਈ ਹੋਵੇ। ਤਾਂ ਜਦੋਂ ਅਸੀਂ ਇਹ ਗੱਲ ਕੀਤੀ ਸੀ ਕਿ ਸਾਡਾ ਫਰਜ਼ ਬਣਦਾ ਹੈ, ਤਾਂ ਫਿਰ ਇਹ ਚਾਹੇ ਅਨਿਆਂ ਮੀਰ ਵੱਲੋਂ ਹੋ ਰਿਹਾ ਹੋਵੇ ਤੇ ਚਾਹੇ ਅਨਿਆਂ ਪੀਰ ਵੱਲੋਂ ਹੋ ਰਿਹਾ ਹੋਵੇ, ਇਹਦੇ ਖਿਲਾਫ ਆਵਾਜ਼ ਚੁੱਕਣਾ, ਸਟਰਗਲ ਕਰਨਾ, ਇਹ ਸਾਡਾ ਫਰਜ਼ ਬਣ ਸਕਦਾ। ਇਹ ਸਾਡਾ ਫਰਜ਼ ਹੈ। ਤੇ ਅਸੀਂ ਇਹ ਦੇਖਿਆ ਸੀ ਕਿ ਜਦੋਂ ਸਮਾਜ ਦੇ ਵਿੱਚ ਪੀਰ ਨੂੰ ਚੈਲੰਜ ਕੀਤਾ ਜਾਂਦਾ ਹੈ ਤਾਂ ਇਨਵੇਰੀਏਬਲੀ ਸਾਨੂੰ ਉਹਦੀ ਬੈਕ ਦੇ ਉੱਤੇ ਅਮੀਰ ਖੜਾ ਦਿਸਦਾ ਹੈ, ਕਿਉਂਕਿ ਇੱਕ ਅਨਿਆਂ ਕਰਨ ਵਾਲਾ ਧਾਰਮਿਕ ਨੇਤਾ ਜਿਹੜਾ ਹੈ ਉਹ ਜਦੋਂ ਅਨਿਆਂ ਕਰਦਾ ਹੈ ਤੇ ਉਹ ਤਾਂ ਹੀ ਕਰ ਸਕਦਾ ਹੈ ਜਦੋਂ ਉਹਨੂੰ ਜਿਹੜੀ ਸਿਆਸੀ ਜਿਹੜੀ ਸਪੋਰਟ ਹੈ, ਉਹ ਜਦ ਤੱਕ ਪੋਲੀਟੀਕਲ ਸਪੋਰਟ ਉਹਨੂੰ ਨਹੀਂ ਮਿਲਦੀ, ਰਾਜ ਕਰਨ ਵਾਲੇ ਦੀ ਸਪੋਰਟ ਨਹੀਂ ਮਿਲਦੀ, ਉਦੋਂ ਤੱਕ ਉਹ ਕੁਝ ਨਹੀਂ ਕਰਦਾ। ਸਿਮਿਲਰਲੀ ਮੀਰ ਨੂੰ ਵੀ ਲੋੜ ਹੈ ਧਾਰਮਿਕ ਨੇਤਾ ਦੀ, ਕਿਉਂਕਿ ਉਸ ਤੋਂ ਬਿਨਾਂ ਉਹਦੇ ਵਾਸਤੇ ਵੀ ਰਾਜ ਕਰਨਾ ਔਖਾ ਹੈ। ਪਹਿਲਾਂ ਤੇ ਉਹਨੂੰ ਉਹ ਰਿਸਪੈਕਟੇਬਿਲਿਟੀ, ਲੋਕਾਂ ਦੇ ਵਿੱਚ ਐਕਸੈਪਟੇਬਿਲਿਟੀ ਦੀ ਲੋੜ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਜਦੋਂ ਕੋਈ ਕੰਮ ਕਰਦਾ ਹੈ ਤੇ ਉਹਦੇ ਉੱਤੇ ਰਿਐਕਸ਼ਨਸ ਨਾ ਹੋਣ, ਇਹਨਾਂ ਚੀਜ਼ਾਂ ਵਿੱਚ ਵੀ ਉਹਨੂੰ ਧਾਰਮਿਕ ਨੇਤਾ ਦੀ ਲੋੜ ਹੁੰਦੀ ਹੈ। ਇਹ ਅਸੀਂ ਮੋٹے ਤੌਰ ਦੇ ਉੱਤੇ ਡਿਸਕਸ ਕੀਤਾ ਸੀ ਕਿ ਬੋਥ ਫੀਡ ਔਨ ਈਚ ਅਦਰ ਐਂਡ ਦੈਨ ਬੋਥ ਪ੍ਰੋਸਪਰ। ਇਹ ਦੋਵੇਂ ਇੱਕ ਦੂਜੇ ਦੀ ਮਦਦ ਲੈਂਦੇ ਨੇ, ਦੋਵਾਂ ਦਾ ਕੰਮ ਬੜਾ ਵਧੀਆ ਚੱਲਦਾ ਉਸ। ਸੋ ਜੇ ਇੱਕ ਸਿੱਖ ਦੀ ਡਿਊਟੀ ਹੈ ਕਿ ਅਸੀਂ ਸਮਾਜ ਦੇ ਵਿੱਚ ਵੀ ਰੱਬੀ ਹੁਕਮ ਨੂੰ ਵਰਤਾਉਣ ਦੇ ਵਾਸਤੇ ਯਤਨ ਕਰਨਾ ਹੈ, ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਕੇਵਲ ਧਰਮ ਦੇ ਖੇਤਰ ਵਿੱਚ ਐਕਟਿਵ ਹੋ ਕੇ ਅਸੀਂ ਸਮਝੀਏ ਕਿ ਸਾਡੀ ਡਿਊਟੀ ਪੂਰੀ ਹੋ ਗਈ, ਜਾਂ ਸਿਆਸਤ ਦੇ ਖੇਤਰ ਵਿੱਚ ਜਾਂ ਸਮਾਜ ਦੇ ਖੇਤਰ ਦੇ ਵਿੱਚ ਅਸੀਂ ਇਹ ਸਮਝੀਏ ਕਿ ਅਸੀਂ ਉਹਦੇ ਵਿੱਚ ਕੰਮ ਕਰ ਲਿਆ ਤੇ ਪੂਰਾ ਹੋ ਗਿਆ। ਕਿਉਂਕਿ ਦੋਨੋਂ ਪੱਖਾਂ ਦੇ ਨਾਲ ਸਾਨੂੰ ਹਮੇਸ਼ਾ ਹੀ ਲੜਨਾ ਪੈਂਦਾ। ਕਿਸੇ ਵੀ ਸਮਾਜ ਦੇ ਵਿੱਚ ਚਲੇ ਜਾਈਏ, ਕਿਸੇ ਦੇਸ਼ ਦੇ ਵਿੱਚ ਚਲੇ ਜਾਈਏ, ਬਾਹਰੋਂ ਦੇਖਣ ਨੂੰ ਸਾਨੂੰ ਕੁਝ ਵੀ ਲੱਗੇ, ਲੇਕਿਨ ਜਦੋਂ ਅਸੀਂ ਲੜਨਾ ਸ਼ੁਰੂ ਕਰਦੇ ਹਾਂ
ਤਾਂ ਫਿਰ ਅਸੀਂ ਦੇਖਦੇ ਹਾਂ ਕਿ ਕੇਵਲ ਇੱਕ ਕਿਸਮ ਦੇ ਲੋਕਾਂ ਨਾਲ ਸਾਡੀ ਕਦੀ ਵੀ ਲੜਾਈ ਨਹੀਂ ਹੁੰਦੀ। ਇਹ ਹਮੇਸ਼ਾ ਬ੍ਰੌਡ ਬੇਸ ਹੋ ਜਾਂਦੀ ਹੈ, ਔਰ ਇਹ ਸਾਨੂੰ ਦੋਹਾਂ ਧਿਰਾਂ ਦੇ ਨਾਲ ਸਿੱਝ ਕੇ ਹੀ ਅਸੀਂ ਕਿਸੇ ਚੀਜ਼ ਦੀ ਪ੍ਰਾਪਤੀ ਕਰ ਸਕਦੇ। ਹੁਣ ਜੇ ਦੋਹਾਂ ਦੇ ਨਾਲ ਸਿੱਝਣਾ ਪੈਣਾ, ਦੋਹਾਂ ਨਾਲ ਲੜਨਾ ਪੈਣਾ, ਤਾਂ ਫਿਰ ਇੱਕ ਸਿੱਖ ਨੂੰ, ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ, ਕਿ ਸਾਨੂੰ ਆਪਣੇ ਅੰਦਰ ਮੀਰੀ ਤੇ ਪੀਰੀ ਦੇ ਦੋਨੋਂ ਗੁਣ ਹਰ ਸਿੱਖ ਨੂੰ ਆਪਣੇ ਅੰਦਰ ਧਾਰਨ ਕਰਨੇ ਪੈਣ। ਭਾਵ ਉਹ ਧਾਰਮਿਕ ਤੌਰ ਦੇ ਉੱਤੇ ਵੀ ਉੱਚੀ ਅਵਸਥਾ ਵਾਲਾ ਹੋਵੇ, ਉਹਦੀ ਧਾਰਮਿਕ ਨਿਯਮ ਜਿਹੜੇ ਹਨ, ਧਰਮ ਦੇ ਨਿਯਮ ਹਨ ਜਿਹੜੇ ਕਿ ਅਸੀਂ ਅਪਲਾਈ ਕਰਨੇ ਹਨ, ਉਹਨਾਂ ਨੂੰ ਵੀ ਉਹ ਚੰਗੀ ਤਰ੍ਹਾਂ ਸਮਝਦਾ ਹੋਵੇ ਤੇ ਉਹਦੇ 'ਚ ਇੰਨੀ ਹਿੰਮਤ ਹੋਵੇ ਕਿ ਧਾਰਮਿਕ ਖੇਤਰ ਵਿੱਚ ਉਹਨਾਂ ਨਿਯਮਾਂ ਨੂੰ ਲਾਗੂ ਕਰ ਸਕਦਾ ਹੋਵੇ, ਤੇ ਉਥੋਂ ਆਪਣੀ ਆਈਡੀਅਲਿਸਟਿਕ ਸੇਧ ਲੈ ਕੇ ਉਹ ਜਗਤ ਦੀਆਂ ਤਾਕਤਾਂ ਦੇ ਨਾਲ ਵੀ ਲੜਨ ਦੀ ਸਮਰੱਥਾ ਰੱਖਦਾ ਹੋਵੇ, ਫਿਰ ਮੀਰ ਦੇ ਨਾਲ ਵੀ ਲੜਨ ਦੀ ਸਮਰੱਥਾ ਰੱਖਦਾ ਹੋਵੇ। ਇਹ ਸਮਰੱਥਾ ਦਾ ਭਾਵ ਇਹ ਨਹੀਂ ਕਿ ਪੈਸੇ ਦੀ ਸਮਰੱਥਾ ਜਾਂ ਸਰੀਰਕ ਬਲ ਦੀ ਸਮਰੱਥਾ, ਇੱਥੇ ਅਸੀਂ ਆਤਮਿਕ ਬਲ ਦੀ ਸਮਰੱਥਾ ਕਹਿ ਰਹੇ ਹਾਂ, ਕਿਉਂਕਿ ਪ੍ਰਾਇਮਰੀ ਚੀਜ਼ ਉਹ ਹੈ। ਹੁਣ ਇਹ ਦੋਨੋਂ ਧਿਰਾਂ ਦੇ ਨਾਲ ਲੜਨ ਦੀ ਲੋੜ ਜਿਹੜੀ ਪੈਂਦੀ ਹੈ, ਇਹ ਥੋੜਾ ਜਿਹਾ ਆਪਾਂ ਇਹਦੇ ਬਾਰੇ ਡਿਸਕਸ ਕਰ ਲਈਏ, ਕੁਝ ਉਦਾਹਰਨਾਂ ਲੈ ਕੇ ਆਪਣੇ ਇਤਿਹਾਸ ਵਿੱਚੋਂ, ਖਾਸ ਕਰ ਗੁਰੂ ਸਾਹਿਬਾਨ ਦੇ ਇਤਿਹਾਸ ਵਿੱਚੋਂ। ਅੱਗੋਂ ਜਾ ਕੇ ਕੁਝ ਹੋਰ ਉਦਾਹਰਨਾਂ ਵੀ ਲਵਾਂਗੇ। ਜਿਸ ਤਰ੍ਹਾਂ ਅਸੀਂ ਪਹਿਲਾਂ ਇਹ ਸਮਝ ਲਈਏ ਕਿ ਗੁਰੂ ਅਮਰਦਾਸ ਸਾਹਿਬ ਜੀ ਨੂੰ ਜੇ ਅਸੀਂ ਸਿਰਫ ਇੱਕ ਧਾਰਮਿਕ ਨੇਤਾ ਬਣ ਲਈਏ, ਗੁਰੂ ਮੰਨ ਲਈਏ, ਤਾਂ ਫਿਰ ਇਸ ਗੱਲ ਦਾ ਕੋਈ ਤੁਕ ਨਹੀਂ ਬਣਦਾ ਕਿ ਜਿਹੜੇ ਉਹਨਾਂ ਦੇ ਖਿਲਾਫ, ਜਿਨ੍ਹਾਂ ਨੂੰ ਤਕਲੀਫ ਹੋ ਰਹੀ ਸੀ ਇਸ ਧਰਮ ਦੇ ਪ੍ਰਚਾਰ ਤੋਂ, ਉਹਨਾਂ ਨੇ ਜਾ ਕੇ ਅਕਬਰ ਦੇ ਕੋਲ ਸ਼ਿਕਾਇਤਾਂ ਕੀਤੀਆਂ। ਹੁਣ ਜਦੋਂ ਕਹਿ ਲਈਏ ਇੱਕ ਧਾਰਮਿਕ ਨੇਤਾ ਜਾ ਕੇ ਰਾਜਸੀ ਨੇਤਾ ਕੋਲ ਧਰਮ ਦੇ ਖੇਤਰ ਦੀ ਸ਼ਿਕਾਇਤ ਕਰ ਰਿਹਾ ਹੈ ਕਿ ਗੁਰੂ ਸਾਹਿਬ ਜੋ ਉਪਦੇਸ਼ ਦੇ ਰਹੇ ਨੇ ਇਹ ਮੇਰੇ ਧਰਮ ਦੇ ਅਸੂਲਾਂ ਵਿੱਚ ਖਲਲ ਪਾ ਰਿਹਾ, ਕਿਉਂਕਿ ਲੋਕਾਂ ਨੂੰ ਇਹ ਅਸੂਲ ਚੰਗੇ ਲੱਗਣੇ ਸ਼ੁਰੂ ਹੋ ਗਏ। ਤਾਂ ਉਹੀ ਗੱਲ ਹੋਈ, ਉਹ ਅਕਬਰ ਕੋਲ ਗਏ, ਉਹਨਾਂ ਨੇ ਸ਼ਿਕਾਇਤਾਂ ਲਗਾਈਆਂ, ਅਕਬਰ ਨੇ ਉਹਨਾਂ ਦੇ ਉੱਤੇ ਗੌਰ ਕੀਤਾ, ਉਹਨਾਂ ਨੂੰ ਇਗਨੋਰ ਨਹੀਂ ਕੀਤਾ। ਹਾਲਾਂਕਿ ਅਕਬਰ ਦੇ ਬਾਰੇ ਆਪਾਂ ਨੂੰ ਕੋਈ ਕਿਸੇ ਕਿਸਮ ਦਾ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਹ ਆਮ ਰਾਜਸੀ ਨੇਤਾਵਾਂ ਵਰਗਾ ਨਹੀਂ ਸੀ, ਬੜਾ ਇੱਕ ਲਿਬਰਲ ਔਰ ਇੱਕ ਰੈਵੋਲੂਸ਼ਨਰੀ ਨੇਤਾ ਸੀ, ਜਿਹਨੇ ਇੱਥੋਂ ਤੱਕ ਕਿ ਆਪਣਾ ਧਰਮ ਵੀ ਦੀਨ ਇਲਾਹੀ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਦੂਜੇ ਧਰਮ ਨੇ ਉਹਨਾਂ ਦੀ ਕੱਟੜਤਾ ਨੂੰ ਜਿਹੜਾ ਇਹਦੇ ਚੋਂ ਖਤਮ ਕੀਤਾ ਜਾ ਸਕੇ। ਇਹਦੇ ਬਾਵਜੂਦ ਵੀ ਉਹਦੀ ਇਹੋ ਜਿਹੀ ਆਪਣੀ ਨਿੱਜੀ ਸੋਚ ਹੋਣ ਦੇ ਬਾਵਜੂਦ ਵੀ ਇੱਕ ਰਾਜਾ ਹੋਣ ਦੇ ਨਾਤੇ ਉਹਨੇ ਇਸ ਚੀਜ਼ ਨੂੰ ਪੂਰੀ ਤਵੱਜੋ ਦਿੱਤੀ ਤੇ ਗੁਰੂ ਸਾਹਿਬ ਕੋਲ ਸੁਨੇਹਾ ਭੇਜਿਆ। ਅਸੀਂ ਸਾਰੇ ਜਾਣਦੇ ਹਾਂ ਕਿ ਉਹਦੇ ਬੁਲਾਵੇ ਦੇ ਉੱਤੇ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਭਾਈ ਜੇਠਾ ਜੀ ਨੂੰ ਉੱਥੇ ਭੇਜਿਆ, ਤੇ ਉਹਨਾਂ ਨੇ ਫਿਰ ਜਾ ਕੇ ਗੁਰਬਾਣੀ ਦੀਆਂ ਪੋਥੀਆਂ ਨਾਲ ਲੈ ਕੇ ਗਏ ਸਨ, ਤੇ ਉਹਦੇ ਨਾਲ ਉਹਨਾਂ ਨੇ ਪੂਰੀ ਤਰ੍ਹਾਂ ਉਹਨਾਂ ਦੀ ਤਸੱਲੀ ਕਰਾਈ। ਤੇ ਜਦੋਂ ਸਾਰੀਆਂ ਗੱਲਾਂ ਉਹਨੇ ਸੁਣੀਆਂ ਤਾਂ ਉਹਨੇ ਸ਼ਿਕਾਇਤਾਂ ਸਾਰੀਆਂ ਰੱਦ ਕਰ ਦਿੱਤੀਆਂ। ਉਹ ਇੱਕ ਵੱਖਰਾ ਮਸਲਾ ਹੈ, ਕਿਉਂਕਿ ਅਕਬਰ ਐਜ਼ ਇੱਕ ਸਮਰਾਟ ਜਾਂ ਕਿੰਗ ਦੇ ਤੌਰ ਦੇ ਉੱਤੇ ਹੀ ਵਾਸ ਮੋਰ ਆਫ ਐਨ ਐਕਸੈਪਸ਼ਨ ਦੈਨ ਅ ਰੂਲ, ਤਾਂ ਉਹਨੇ ਉਹ ਰਿਜੈਕਟ ਕਰ ਦਿੱਤੀ। ਫਿਰ ਅਸੀਂ ਅੱਗੇ ਚੱਲਦੇ ਹਾਂ ਤਾਂ ਜਦੋਂ ਪੰਚਮ ਪਾਤਸ਼ਾਹ ਦੇ ਸਮੇਂ ਦੇ ਵਿੱਚ ਪਹੁੰਚਦੇ ਹਾਂ, ਉਸ ਤੋਂ ਪਹਿਲਾਂ ਵੀ ਹਾਲਾਂਕਿ ਇਹੋ ਜਿਹੀਆਂ ਗੱਲਾਂ ਕੁਝ ਹੋਈਆਂ, ਪਰ ਪੰਚਮ ਪਾਤਸ਼ਾਹ ਦੇ ਸਾਹਮਣੇ ਜੋ ਉਹ ਚੈਲੰਜਸ ਖੜੇ ਹੋਏ, ਉਹਦਾ ਇਤਿਹਾਸ ਤੇ ਸਾਡੇ ਕੋਲ ਸਾਹਮਣੇ ਹੈ ਕਿ ਜਦੋਂ ਗੁਰਗੱਦੀ ਪ੍ਰਿਥੀ ਚੰਦ ਨੂੰ ਨਾ ਦਿੱਤੀ ਗਈ ਤੇ ਉਹਨੇ ਗੁਰੂ ਸਾਹਿਬ ਦੇ ਖਿਲਾਫ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਬਾਕੀ ਤਾਂ ਉਹਨੇ ਜੋ ਕੀਤਾ ਆਪਣੇ ਹਿਸਾਬ ਨਾਲ ਸੋ ਕੀਤਾ, ਅਸੀਂ ਜਾਣਦੇ ਹਾਂ। ਪਰ ਇੱਕ ਜਿਹੜੀ ਚੀਜ਼ ਸਾਡੇ ਸਾਹਮਣੇ ਸਪਸ਼ਟ ਤੌਰ ਤੇ ਆਉਂਦੀ ਆ, ਗੁਰੂ ਸਾਹਿਬ ਨੇ ਗੁਰਬਾਣੀ 'ਚ ਵੀ ਉਹਦਾ ਜ਼ਿਕਰ ਕੀਤਾ, ਉਹ ਸੁਲਹੀ ਖਾਨ ਨੂੰ ਚੜਾ ਕੇ ਲਿਆਉਣ ਦਾ ਜ਼ਿਕਰ ਕੀਤਾ। ਹੁਣ ਸੁਲਹੀ ਖਾਨ ਇੱਕ ਰਾਜਸੀ ਅਹਿਲਕਾਰ ਸੀ, ਫੌਜਦਾਰ ਜਾਂ ਇਸ ਤਰ੍ਹਾਂ ਦਾ ਅਹਿਲਕਾਰ ਸੀ, ਜਿਹਨੂੰ ਚੜਾ ਕੇ ਲਿਆਉਣ ਦੇ ਲਈ ਧਾਰਮਿਕ ਖੇਤਰ ਦੇ ਵਿੱਚ ਆਪਣੀ ਜਿਹੜੀ ਉਹਨੇ ਕਹਿ ਲਈ ਆਪਣੀ ਚੌਧਰ ਬਣਾਉਣ ਦੇ ਵਾਸਤੇ ਪ੍ਰਿਥੀ ਚੰਦ ਨੇ ਇੱਕ ਸਿਆਸੀ ਬੰਦੇ ਨੂੰ ਫੜ ਕੇ ਲਿਆਂਦਾ ਤੇ ਗੁਰੂ ਸਾਹਿਬ ਦੇ ਉੱਤੇ ਚੜਾਇਆ। ਹੁਣ ਇੱਥੇ ਗੱਲ ਸਪਸ਼ਟ ਹੋ ਗਈ ਕਿ ਧਰਮ ਤੇ ਸਿਆਸਤ ਹਮੇਸ਼ਾ ਦੋਵੇਂ ਦੇ ਥਰਾਈਵ ਔਨ ਈਚ ਅਦਰ, ਇੱਕ ਦੂਜੇ ਦੀ ਸਪੋਰਟ ਕਰਦੇ ਹਨ। ਨਹੀਂ ਤੇ ਇੱਕ ਸਿਆਸੀ ਫੌਜਦਾਰ ਨੂੰ ਕਿਸੇ ਦੇ ਘਰ ਦੇ ਝਗੜੇ ਦੇ ਵਿੱਚ ਜਿਹੜਾ ਉਹ ਵੀ ਧਰਮ ਦੇ ਵਾਸਤੇ ਜਿਹੜਾ ਪ੍ਰੋਬਲਮ ਕ੍ਰੀਏਟ ਹੋਈ ਹੋਵੇ, ਉਹਦੇ ਵਿੱਚ ਇੰਟਰਫੇਅਰ ਕਰਨ ਦੀ ਕੋਈ ਲੋੜ ਨਹੀਂ ਜਾਪਦੀ ਸਿਆਸੀ ਪੱਖੋਂ, ਪਰ ਉਹ ਕਰਦੇ ਨੇ ਤਾਂ ਜ਼ਰੂਰ ਇਹਦੇ ਥੱਲੇ ਸਾਨੂੰ ਗੱਲ ਸਮਝਣੀ ਚਾਹੀਦੀ ਹੈ ਕਿ ਇਹਨਾਂ ਦਾ ਕਿੰਨਾ ਮੇਲ ਜੋਲ ਹੈ। ਫਿਰ ਉਸ ਤੋਂ ਬਾਅਦ ਜਹਾਂਗੀਰ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ।
ਅਸੀਂ ਸਾਰਿਆਂ ਨੇ ਉਹਨਾਂ ਦੀ ਸ਼ਹੀਦੀ ਦੇ ਕਾਰਨਾਂ ਦੇ ਵਿਚਾਰ ਕਰਦੇ ਹੋਏ ਅਸੀਂ ਤਜ਼ਕੇ ਜਹਾਂਗੀਰੀ ਦੇ ਵਿੱਚ ਜੋ ਉਹਨੇ ਆਪਣੇ ਹੱਥੀਂ ਲਿਖਿਆ ਜਾਂ ਆਪਣੇ ਆਪ ਉਹਨੇ ਲਿਖਵਾਇਆ ਉਹਦੇ ਵਿੱਚ ਆਪਣੀ ਜੀਵਨ ਕਹਾਣੀ ਦੇ ਵਿੱਚ, ਉਹਦੇ ਬਾਰੇ ਅਸੀਂ ਕਈ ਵਾਰੀ ਉਹਦੀ ਟ੍ਰਾਂਸਲੇਸ਼ਨ ਪੜ੍ਹ ਚੁੱਕੇ। ਹੁਣ ਜੋ ਕੁਝ ਉੱਥੇ ਉਹਨੇ ਕਾਰਨ ਦੱਸੇ ਨੇ, ਉਹਨਾਂ ਨੂੰ ਅਗਰ ਅਸੀਂ ਥੋੜਾ ਜਿਹਾ ਨਿੱਠ ਕੇ ਬਹਿ ਕੇ ਪੜ੍ਹ ਲਈਏ ਕਿ ਉਹਨੇ ਕੀ ਲਿਖਿਆ, ਤੇ ਸਾਨੂੰ ਸਾਰੀ ਗੱਲ ਚਿੱਟੇ ਦਿਨ ਵਾਂਗ ਸਪਸ਼ਟ ਹੋ ਜਾਂਦੀ ਹੈ। ਉਹ ਤਾਂ ਇੱਕ ਰਾਜਸੀ ਨੇਤਾ ਸੀ, ਰਾਜਾ ਸੀ, ਸਮਰਾਟ ਸੀ, ਬਾਦਸ਼ਾਹ ਸੀ। ਉਹਨੂੰ ਗੁਰੂ ਅਰਜਨ ਪਾਤਸ਼ਾਹ ਤੋਂ ਕੀ ਤਕਲੀਫ ਹੋ ਸਕਦੀ ਸੀ? ਗੁਰੂ ਅਰਜਨ ਪਾਤਸ਼ਾਹ ਕੋਈ ਨਵੀਂ ਰਿਆਸਤ ਤਾਂ ਖੜੀ ਕਰ ਨਹੀਂ ਰਹੇ ਸਨ। ਉਹਨਾਂ ਨੇ ਫਿਲਹਾਲ ਉਦੋਂ ਤੱਕ ਤੇ ਸਿੱਖਾਂ ਨੇ ਕੋਈ ਫੌਜ ਵੀ ਨਹੀਂ ਸੀ ਇਕੱਠੀ ਕੀਤੀ, ਕਿਸੇ ਤਰ੍ਹਾਂ ਦਾ ਸਿਆਸੀ ਕਦਮ ਕੋਈ ਚੁੱਕਿਆ ਹੀ ਨਹੀਂ ਸੀ ਗਿਆ ਉਦੋਂ ਤੱਕ, ਜਿਹਨੂੰ ਮਤਲਬ ਭੁਲੇਖੇ ਨਾਲ ਵੀ ਸਿਆਸੀ ਕਹਿ ਦਈਏ, ਉਹ ਜਿਹਾ ਵੀ ਕੋਈ ਕਦਮ ਨਹੀਂ ਸੀ ਚੁੱਕਿਆ ਗਿਆ। ਤਾਂ ਫਿਰ ਉਹਨੂੰ ਕੀ ਤਕਲੀਫ ਹੋ ਗਈ? ਤਾਂ ਜਦੋਂ ਅਸੀਂ ਉਹਦੀ ਲਿਖਤ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਗੱਲ ਬੜੀ ਸਪਸ਼ਟ ਆ ਜਾਂਦੀ ਹੈ ਕਿ ਇੱਕ ਰਾਜਸੀ ਨੇਤਾ ਨੂੰ ਆਪਣੀ ਚੌਧਰ ਬਰਕਰਾਰ ਰੱਖਣ ਦੇ ਵਿੱਚ ਧਰਮ ਤੇ ਸਿਆਸਤ ਨੂੰ ਜੋੜ ਕੇ ਉਹ ਕਿਸ ਤਰ੍ਹਾਂ ਕੰਮ ਕਰਦੇ ਹਨ, ਉਹ ਬਿਲਕੁਲ ਸਪਸ਼ਟ ਹੋ ਜਾਂਦਾ। ਮਤਲਬ ਜੇ ਅਸੀਂ ਇਹ ਕਹੀਏ ਕਿ ਜੋ ਕੁਝ ਉਹਨੇ ਲਿਖਿਆ, ਕੀ ਉਹਦੇ ਵਿੱਚ ਉਹਨੂੰ ਪੜ੍ਹ ਕੇ ਅਸੀਂ ਕੀ ਨਤੀਜਾ ਕੱਢੀਏ ਕਿ ਰਾਜ ਨੇ ਧਰਮ ਦੀ ਓਟ ਲਈ ਹੋਈ ਸੀ ਜਾਂ ਧਰਮ ਨੇ ਰਾਜ ਦੀ ਓਟ ਲਈ ਹੋਈ ਸੀ? ਤੇ ਮੈਨੂੰ ਲੱਗਦਾ ਜੇ ਇਹਦੇ ਉੱਤੇ ਅਸੀਂ ਡਿਸਕਸ਼ਨ ਕਰੀਏ ਤੇ ਅਸੀਂ ਅੱਧੇ ਇੱਕ ਪਾਸੇ ਹੋ ਜਾਵਾਂਗੇ ਤੇ ਅੱਧੇ ਦੂਜੇ ਪਾਸੇ ਹੋ ਜਾਵਾਂਗੇ, ਕਿਉਂਕਿ ਉਹ ਕਾਰਨ ਸਾਰੇ ਧਰਮ ਵਾਲੇ ਦੱਸਦਾ ਹੈ, ਲੇਕਿਨ ਉਹ ਖਤਰਾ ਮਹਿਸੂਸ ਕਰ ਰਿਹਾ ਮੇਰੇ ਰਾਜ ਵਾਸਤੇ ਹੈ। ਤੋ ਇਹ ਦੋਨੋਂ ਚੀਜ਼ਾਂ ਦੇ ਸੁਮੇਲ ਦੀ ਗੱਲ ਉੱਥੋਂ ਬਿਲਕੁਲ ਕਲੀਅਰ ਹੋ ਜਾਂਦੀ ਹੈ ਕਿ ਦੇ ਵਰਕ ਵਿਦ ਈਚ ਅਦਰ, ਕਿਉਂਕਿ ਉਹਦੇ ਤੱਕ ਵੀ ਇਹ ਗੱਲਾਂ ਧਾਰਮਿਕ ਨੇਤਾਵਾਂ ਨੇ ਪਹੁੰਚਾਈਆਂ ਸੀ। ਉਦੋਂ ਤੱਕ ਹਾਲਾਤ ਇਹੋ ਜਿਹੇ ਹੋ ਚੁੱਕੇ ਸਨ, ਤੀਜੇ ਪਾਤਸ਼ਾਹ ਤੋਂ ਬਾਅਦ ਪੰਜਵੇਂ ਪਾਤਸ਼ਾਹ ਤੱਕ ਪਹੁੰਚਦੇ ਕਿ ਜਦੋਂ ਕਿ ਮੁਸਲਮਾਨਾਂ ਨੂੰ ਵੀ ਤਕਲੀਫ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਮੁਸਲਮਾਨ ਵੀ ਕਨਵਰਟ ਹੋਣੇ ਸ਼ੁਰੂ ਹੋ ਗਏ ਸੀ। ਤਾਂ ਇਸ ਤਰ੍ਹਾਂ ਉਹਨਾਂ ਦੇ ਕੋਲ ਜਾਣ ਵਾਲੇ ਸਿਰਫ ਹਿੰਦੂ ਪੰਡਤ ਤਕਲੀਫ ਵਿੱਚ ਜਿਹੜੇ ਸਨ, ਜਿਹੜੇ ਅਕਬਰ ਕੋਲ ਗਏ ਸੀ, ਸਿਰਫ ਉਹੀ ਨਹੀਂ ਸਨ, ਸਗੋਂ ਉਸ ਵੇਲੇ ਦੇ ਮੌਲਾਣੇ ਵੀ ਉਹਦੇ ਕੋਲ ਗਏ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਫਿਰ ਉਹਨੇ ਜਿਹੜੇ ਲਫ਼ਜ਼ ਵਰਤੇ ਨੇ ਕਿ ਝੂਠ ਦੀ ਦੁਕਾਨ ਉੱਥੇ ਚੱਲ ਰਹੀ ਹੈ, ਇਸ ਤਰ੍ਹਾਂ ਦੇ ਜਿਹੜੇ ਲਫ਼ਜ਼ ਉਹਨੇ ਵਰਤੇ ਨੇ, ਉਹ ਸਾਰੀਆਂ ਚੀਜ਼ਾਂ ਉਹਨੇ ਧਾਰਮਿਕ ਨੇਤਾਵਾਂ ਦੇ ਕਹਿਣ ਦੇ ਉੱਤੇ ਇੱਕ ਪਿਓਰਲੀ ਪੋਲੀਟੀਕਲ ਦੇ ਤੌਰ ਸੋਚ ਦੇ ਨਾਲ ਇਹ ਐਕਸ਼ਨ ਲਿਆ। ਇਹ ਉਹਦੀ ਤਜ਼ਕੇ ਜਹਾਂਗੀਰੀ ਚੋਂ ਸਾਨੂੰ ਪਤਾ ਲੱਗ ਜਾਂਦਾ। ਫਿਰ ਅਸੀਂ ਅੱਗੇ ਚੱਲ ਕੇ ਪੜ੍ਹਦੇ ਹਾਂ ਕਿ ਸਿੱਖ ਧਰਮ ਦੇ ਜਿਹੜੇ ਬਾਗੀ ਮਤਲਬ ਗੁਰੂ ਘਰਾਂ ਦੇ ਬੰਦੇ ਸਾਹਿਬਜ਼ਾਦੇ ਸਨ, ਪ੍ਰਿਥੀ ਚੰਦ ਹੋ ਗਿਆ, ਧੀਰਮਲ ਹੋ ਗਿਆ, ਰਾਮ ਰਾਏ ਹੋ ਗਿਆ, ਇਹਨਾਂ ਸਾਰਿਆਂ ਨੂੰ ਰਾਜਸੀ ਸਰਪ੍ਰਸਤੀ ਪ੍ਰਾਪਤ ਸੀ। ਹੁਣ ਇਹਦੇ ਵਿੱਚ ਰਾਜਸੀ ਸਰਪ੍ਰਸਤੀ ਦੇਣ ਦਾ ਕਿਸੇ ਦਾ ਕੋਈ ਕਾਰਨ ਕੋਈ ਕਿਸੇ ਨੂੰ ਸਮਝ ਨਹੀਂ ਆਉਂਦਾ। ਇੱਕ ਤਾਂ ਉਹਨਾਂ ਦੀ ਨਜ਼ਰ ਵਿੱਚ ਹਿੰਦੂ ਅਫੇਅਰ ਸੀ, ਤੇ ਮੁਸਲਮਾਨ ਰਾਜੇ ਨੂੰ ਇਹਦੇ ਬਾਰੇ ਸਰਪ੍ਰਸਤੀ ਦੇਣ ਦਾ ਕੀ ਅਰਥ ਹੈ? ਕੋਈ ਮਤਲਬ ਹੀ ਨਹੀਂ ਬਣਦਾ। ਫਿਰ ਸਰਪ੍ਰਸਤੀਆਂ ਵੀ ਕੋਈ ਛੋਟੀਆਂ ਨਹੀਂ ਦਿੱਤੀਆਂ, ਬੜੀਆਂ ਵੱਡੀਆਂ ਸਰਪ੍ਰਸਤੀਆਂ ਦਿੱਤੀਆਂ। ਹੁਣ ਸੱਚ ਕੀ ਹੈ ਇਹ ਤਾਂ ਇਤਿਹਾਸ ਦੇ ਪੰਨਿਆਂ 'ਚ ਗੁਆਚ ਗਿਆ, ਪਰ ਮੈਂ ਇੱਕ ਜਦੋਂ ਕਵਰ ਕਰ ਰਿਹਾ ਸੀ ਜਿਹੜੀ ਪ੍ਰਿਥੀ ਚੰਦ ਮਿਹਰਬਾਨ ਵਾਲੀ ਜਨਮ ਸਾਖੀ ਨੂੰ, ਤੇ ਮੈਂ ਮੀਨਿਆਂ ਦੇ ਇਤਿਹਾਸ ਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਮੈਨੂੰ ਇਹਨਾਂ ਦੇ ਖਾਨਦਾਨ ਦੇ ਇੱਕ ਬ੍ਰਾਂਚ ਦੇ ਇੱਕ ਬੰਦੇ ਕੋਲੋਂ ਉਹਦੀ ਫੇਸਬੁੱਕ ਪੋਸਟ ਮੈਂ ਪੜ੍ਹੀ, ਔਰ ਉਹਦੇ ਚੋਂ ਬੜੀ ਸ਼ਾਨ ਦੇ ਨਾਲ ਉਹਨੇ ਲਿਖਿਆ ਹੋਇਆ ਸੀ ਕਿ ਪ੍ਰਿਥੀ ਚੰਦ ਨੂੰ ਜਹਾਂਗੀਰ ਵੱਲੋਂ ਮਾਲਵੇ ਦੇ ਵਿੱਚ 25,000 ਏਕੜ ਦੀ ਜਾਗੀਰ ਮਿਲੀ। ਇਹ ਉਹ ਆਪ ਨੂੰ ਕਹਿ ਰਿਹਾ, ਹੋ ਸਕਦਾ ਹੈ ਸ਼ੇਖੀ ਹੋਵੇ, ਇੰਨੀ ਨਾ ਮਿਲੀ ਹੋਵੇ, ਪਰ ਜੇ 25,000 ਕਹਿ ਰਿਹਾ ਤੇ ਘੱਟੋ ਘੱਟ ਅਸੀਂ ਇੰਨਾ ਤੇ ਮੰਨ ਹੀ ਸਕਦੇ ਹਾਂ ਕਿ ਬਹੁਤ ਵੱਡੀ ਜਾਗੀਰ ਦਿੱਤੀ। ਔਰ ਇਹਦੇ ਲਈ ਸਾਨੂੰ ਕੋਈ ਮਤਲਬ ਮੰਨਣ ਵਿੱਚ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਨਾਂ ਸਾਰੇ ਲੋਕਾਂ ਨੇ ਵੱਡੇ ਵੱਡੇ ਸ਼ਹਿਰ ਵਸਾਏ। ਰਾਮ ਰਾਏ ਦੇ ਜੋ ਡੇਰਾ ਸੀ ਉਹਦੇ ਤੋਂ ਦੇਹਰਾਦੂਨ ਵਰਗਾ ਵੱਡਾ ਸ਼ਹਿਰ ਜਿਹੜਾ ਅੱਜ ਇੱਕ ਪ੍ਰਦੇਸ਼ ਦੀ ਇੱਕ ਸਟੇਟ ਦੀ ਰਾਜਧਾਨੀ ਹੈ, ਉਹ ਬਣਿਆ। ਫਿਰ ਪੰਜਾਬ ਦਾ ਇੱਕ ਸ਼ਹਿਰ ਜਿਹੜਾ ਗੁਰੂ ਹਰਸਹਾਏ, ਇਹ ਪ੍ਰਿਥੀ ਚੰਦ ਦੇ ਜਾਂ ਮਿਹਰਬਾਨ ਦੇ ਪੜਪੋਤਰੇ ਦੇ ਨਾਮ ਦੇ ਉੱਤੇ ਹਰਸਹਾਏ ਉਹਦਾ ਨਾਮ ਸੀ, ਉਹਨੂੰ ਗੁਰੂ ਅਖਵਾਉਂਦਾ ਸੀ, ਤੇ ਉਹਨੇ ਜਿਹੜਾ ਸ਼ਹਿਰ ਵਸਾਇਆ ਉਹਦਾ ਨਾਮ ਹੀ ਗੁਰੂ ਹਰਸਹਾਏ ਰੱਖ ਦਿੱਤਾ। ਫਿਰ ਜੇ ਪੰਜਾਬ ਦੇ ਵਿੱਚ ਅਸੀਂ ਕਦੀ ਵੀ ਸਫ਼ਰ ਕਰੋ, ਕਦੀ ਵੀ ਤੁਰੋ, ਤੁਸੀਂ ਇੱਥੋਂ ਚੰਡੀਗੜ੍ਹ ਤੋਂ ਲੁਧਿਆਣੇ ਵੱਲ ਨੂੰ ਜਾਓ ਜਾਂ ਅੰਮ੍ਰਿਤਸਰ ਵੱਲ ਨੂੰ ਜਾਓ ਜਾਂ ਕਿਸੇ ਹੋਰ ਸੜਕ ਤੇ ਜਾਓ, ਤੇ ਤੁਹਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਪਿੰਡ ਅੱਜ ਵੀ ਮਿਲ ਜਾਂਦਾ ਹੈ ਜਿਹਦੇ ਪਿੰਡ ਦੇ ਪਿੱਛੇ ਦੇ ਨਾਮ ਦੇ ਪਿੱਛੇ ਸੋਢੀਆਂ ਲਿਖਿਆ ਹੋ। ਮੇਰਾ ਆਪਣਾ ਅੰਦਾਜ਼ਾ ਵੀ ਘੱਟੋ ਘੱਟ 1 ਜਾਂ 2 ਦਰਜਨ ਪਿੰਡ ਤਾਂ ਅੱਜ ਪੰਜਾਬ ਵਿੱਚ ਮੌਜੂਦ ਹੋਣੇ ਨੇ ਜਿਨ੍ਹਾਂ ਦੇ ਨਾਮ ਸੋਢੀਆਂ ਦੇ ਕਰਕੇ ਵੱਜਦੇ ਨੇ। ਇਹ ਮਤਲਬ ਨੰਗਲ ਸੋਢੀਆਂ, ਫਲਾਣਾ ਸੋਢੀਆਂ, ਇਸ ਤਰੀਕੇ ਨਾਲ ਨਾਮ ਵੱਜਦੇ ਨੇ।
ਤੇ ਹੁਣ ਪਿੰਡਾਂ ਦੇ ਪਿੰਡ ਵਸਾ ਲੈਣੇ ਇਹਨਾਂ ਬਾਗੀ ਸਾਹਿਬਜ਼ਾਦਿਆਂ ਦੀ ਸੰਤਾਨ ਨੇ, ਇਹ ਬਿਨਾਂ ਰਾਜਸੀ ਸਰਪ੍ਰਸਤੀ ਦੇ ਤਾਂ ਹੋ ਨਹੀਂ ਸਕਦਾ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਨੂੰ ਉਸ ਵੇਲੇ ਦੇ ਬ੍ਰਾਹਮਣ ਜਿਹੜੇ ਮੌਲਾਣੇ ਸਨ ਉਹਨਾਂ ਦੀ ਵੀ ਸਰਪ੍ਰਸਤੀ ਮਿਲੀ, ਬ੍ਰਾਹਮਣਾਂ ਦਾ ਵੀ ਸਰਪ੍ਰਸਤੀ ਮਿਲੀ ਗੁਰੂ ਘਰ ਦੇ ਅਗੇਂਸਟ ਖੜੇ ਹੋਣ ਲਈ, ਤੇ ਰਾਜਸੀ ਸਰਪ੍ਰਸਤੀ ਵੀ ਸਪਸ਼ਟ ਤੌਰ ਦੇ ਉੱਤੇ ਮਿਲੀ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਗੱਲ ਚੱਲਦੀ ਹੈ ਤਾਂ ਉਹਨਾਂ ਦੇ ਜੀਵਨ ਇਤਿਹਾਸ ਨੂੰ ਪੜ੍ਹੀਏ ਤਾਂ ਸਾਨੂੰ ਅੱਜ ਦੀ ਜੋ ਖੋਜ ਹੈ, ਲੇਟੈਸਟ ਜੋ ਇਤਿਹਾਸਕਾਰ ਕਹਿੰਦੇ ਨੇ, ਮੇ ਵੀ ਹਾਲੇ ਅਸੀਂ ਉਹਨੂੰ ਪੂਰੀ ਤਰ੍ਹਾਂ ਮੰਨਿਆ ਜਾਂ ਨਹੀਂ ਮੰਨਿਆ, ਉਹ ਤੇ ਕਹਿੰਦੇ ਨੇ ਕਿ 3 ਵਾਰ ਗ੍ਰਿਫਤਾਰ ਕੀਤਾ ਗਿਆ ਔਰੰਗਜ਼ੇਬ ਨੂੰ। ਇਸੇ ਕਰਕੇ ਸਾਡੇ ਉਹ ਕਈ ਥਾਵਾਂ ਦੇ ਉੱਤੇ ਮਿਕਸ ਹੋ ਜਾਂਦਾ ਕਿ ਉਹਨਾਂ ਨੂੰ ਕਿੱਥੇ ਕਿੱਥੇ ਕਿਹੜੀ ਕਿਹੜੀ ਥਾਂ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਵੀ ਇਤਿਹਾਸ ਦੇ ਵਿੱਚ ਸਾਡੇ ਇਤਿਹਾਸਕਾਰ ਬੜੇ ਇਸ ਗੱਲੋਂ ਬੜੇ ਲਾਪਰਵਾਹ ਤੇ ਅਵੇਸਲੇ ਸਨ। ਉਹਨਾਂ ਨੇ ਇੱਕ ਮੌਕੇ ਦਾ ਦੂਜੀ ਕਿਤੇ ਵੀ ਜੋੜ ਦਿੱਤਾ ਤੇ ਸਾਡੇ ਕਨਫਿਊਜ਼ਨਸ ਬੜੇ ਅਰਾਈਜ਼ ਹੁੰਦੇ ਨੇ। ਤਾਂ 3 ਵਾਰੀ ਉਹਨਾਂ ਨੂੰ ਗ੍ਰਿਫਤਾਰ ਕੀਤਾ। ਹੁਣ ਜ਼ਰਾ ਆਪਾਂ ਸੋਚੀਏ, ਇੱਕ ਧਾਰਮਿਕ ਨੇਤਾ ਹੈ, ਇੱਕ ਸਿੱਖਾਂ ਦੀ ਜੋ ਅਸੀਂ ਕਹਿ ਲਈਏ ਵੱਖਰਾ ਧਰਮ ਹੈ, ਉਹਦਾ ਗੁਰੂ ਹੈ, ਉਹਦੇ ਨਾਲ ਇੱਕ ਦੇਸ਼ ਦੇ ਬਾਦਸ਼ਾਹ ਨੂੰ ਕੀ ਤਕਲੀਫ ਹੋ ਸਕਦੀ। ਤੇ ਜੇ ਦੂਜੇ ਪਾਸੇ ਨਾਲ ਦੇਖੀਏ, ਗੁਰੂ ਤੇਗ ਬਹਾਦਰ ਸਾਹਿਬ ਨੇ ਐਸਾ ਕੋਈ ਕਦਮ ਨਹੀਂ ਸੀ ਚੁੱਕਿਆ ਜਿਹਦੇ ਨਾਲ ਮੁਗਲ ਹਕੂਮਤ ਨੂੰ ਕੋਈ ਤਕਲੀਫ ਪਹੁੰਚਣੀ ਹੁੰਦੀ। ਆਫਟਰ ਆਲ ਉਹ ਤੇ ਮੁਗਲ ਸਰਕਾਰ ਦੇ ਇੱਕ ਸੈਨਾਪਤੀ ਦੇ ਨਾਲ ਜਾ ਕੇ ਅਸਾਮ ਦੇ ਵਿੱਚ ਉਹਨਾਂ ਨੇ ਸਮਝੌਤਾ ਕਰਵਾਇਆ ਸੀ, ਔਰ ਉਹ ਕਾਫੀ ਮੁਗਲ ਫੌਜੀਆਂ ਦੀ ਜਾਨ ਇੱਕ ਕਿਸਮ ਨਾਲ ਬਚਾਈ ਸੀ। ਜਿਹੜਾ ਅਹੋਮ ਰਾਜਾ ਤੇ ਰਾਮ ਸਿੰਘ ਦਾ ਉਹਨਾਂ ਨੇ ਸਮਝੌਤਾ ਕਰਾਇਆ ਸੀ ਉੱਤੇ, ਤੇ ਉਹਨੂੰ ਮਨਾ ਲਿਆ ਕਿ ਤੂੰ ਆਪਣਾ ਇਹਨਾਂ ਨੂੰ ਕੁਝ ਕਰ ਦੇ ਦਿਆ ਜਾ ਕਰਦੇ ਤਾਂ ਕਿ ਇੰਨੇ ਲੋਕ ਨਾ ਮਰਨ, ਇਹਦੇ ਚ ਕੁਝ ਨਹੀਂ। ਖੈਰ ਕਿਸ ਤਰ੍ਹਾਂ ਵੀ ਉਹਨਾਂ ਨੇ ਸਮਝਾਇਆ, ਤੇ ਉਹ ਤੇ ਇੱਕ ਕਿਸਮ ਨਾਲ ਇਹ ਕਹਿ ਲਈਏ ਕਿ ਇੱਕ ਰਾਜੇ ਦਾ ਜਦੋਂ ਇਦਾਂ ਦਾ ਕੋਈ ਸਮਝੌਤਾ ਕਰਾਉਣ ਵਾਲਾ ਹੋਵੇ, ਉਹ ਤੇ ਉਹ ਬੰਦੇ ਦਾ ਖੈਰਖਵਾ ਹੋ ਜਾਣਾ ਚਾਹੀਦਾ ਸੀ, ਸ਼ੁਭਚਿੰਤਕ ਬਣ ਜਾਣਾ ਚਾਹੀਦਾ ਸੀ ਰਾਜੇ ਨੂੰ। ਪਰ ਇੱਥੇ ਤਾਂ ਔਰੰਗਜ਼ੇਬ ਬਾਰ-ਬਾਰ ਉਹਨਾਂ ਨੂੰ ਕੈਦ ਕਰ ਰਿਹਾ ਹੈ, ਤੇ ਫਿਰ ਅੰਤ ਦੇ ਉੱਤੇ ਉਹਨਾਂ ਨੂੰ ਸ਼ਹੀਦ ਵੀ ਕਰ ਰਿਹਾ। ਤਾਂ ਹੁਣ ਉਹਨੂੰ ਅਸਲ ਦੇ ਵਿੱਚ ਅੰਦਰੋਂ ਡਰ ਤਾਂ ਇਹ ਲੱਗ ਰਿਹਾ ਹੈ ਕਿ ਜੋ ਸਿੱਖਿਆਵਾਂ ਗੁਰੂ ਸਾਹਿਬ ਦੇ ਰਹੇ ਹਨ, ਉਹਨਾਂ ਦੇ ਵਿੱਚੋਂ ਉਹਨੂੰ ਆਪਣੀ ਗੱਦੀ ਦਾ ਖਤਰਾ ਅਲਟੀਮੇਟਲੀ ਦਿਸਣਾ ਸ਼ੁਰੂ ਹੋ ਰਿਹਾ। ਇਸ ਕਰਕੇ ਉਹਨੂੰ ਤਕਲੀਫ ਹੈ, ਤੇ ਸ਼ਿਕਾਇਤਾਂ ਲਾਉਣ ਵਾਲੇ ਦੋਨੋਂ ਧਰਮਾਂ ਦੇ ਲੋਕ ਉਹਨਾਂ ਦੇ ਅੱਗੇ ਪਿੱਛੇ ਫਿਰਦੇ ਹੀ ਹੋਣਗੇ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਇਹ ਸਾਰੀਆਂ ਗੱਲਾਂ ਨੂੰ ਅਸੀਂ ਦੇਖੀਏ, ਜਾਂ ਈਵਨ 6ਵੇਂ ਪਾਤਸ਼ਾਹ ਦੇ ਨਾਲ ਜੰਗਾਂ ਹੋਣ ਦਾ ਕੀ ਕਾਰਨ ਹੋ ਸਕਦਾ, ਜਿਹੜੇ ਕਾਰਨ ਸਾਨੂੰ ਇਤਿਹਾਸ ਚੋਂ ਮਿਲਦੇ ਨੇ ਉਹ ਤਾਂ ਬੜੇ ਮਾਮੂਲੀ ਜਿਹੇ, ਇਨਸਿਗਨੀਫੀਕੈਂਟ ਜਿਹੇ ਕਾਰਨ। ਇੱਕ ਬਾਜ਼ ਦੇ ਪਿੱਛੇ ਜੰਗ ਹੋ ਜਾਣਾ, ਨਹੀਂ, ਇਹ ਬਾਜ਼ ਪਿੱਛੇ ਜੰਗ ਨਹੀਂ ਹੋਈ। ਇਹ ਜੰਗ ਜਿਹੜੀ ਹੋਈ ਹੈ ਉਹ ਗੁਰੂ ਸਾਹਿਬ ਦੇ ਵਿਚਾਰਾਂ ਦੇ ਨਾਲ ਜੰਗ ਹੋਈ ਹੈ, ਵੀ ਇਹ ਵਿਚਾਰਾਂ ਨੂੰ ਕਿਸੇ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਇਹ ਡਰ ਜਾਣ ਤੇ ਬੋਲਣੋਂ ਹਟ ਜਾਣ। ਇਸੇ ਤਰ੍ਹਾਂ ਹੀ 10ਮ ਪਾਤਸ਼ਾਹ ਜੋ ਕਿ ਇੱਕ ਧਰਮ ਦੇ ਨੇਤਾ ਹਨ, ਗੁਰੂ ਹਨ, ਉਹਨਾਂ ਦੇ ਪੂਰੇ ਸਰਬੰਸ ਨੂੰ ਸ਼ਹੀਦ ਕੀਤਾ। ਹੁਣ ਜੇ ਆਪਾਂ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ, ਕੀ ਮੁਗਲਾਂ ਨੇ ਕਿਸੇ ਵੱਡੇ ਹਿੰਦੂ ਧਰਮ ਦੇ ਨੇਤਾ ਨੂੰ ਸ਼ਹੀਦ ਕੀਤਾ? ਨਹੀਂ, ਸ਼ਹੀਦ ਨਹੀਂ ਕੀਤਾ। ਕੋਈ ਜੰਗ ਵਿੱਚ ਮਾਰਿਆ ਗਿਆ ਹੋਵੇ ਤਾਂ ਵੱਖਰੀ ਗੱਲ ਹੈ, ਸ਼ਹੀਦ ਕੋਈ ਨਹੀਂ ਕੀਤਾ। ਸਾਨੂੰ ਇਤਿਹਾਸ ਚੋਂ ਕਿਤੇ ਵੀ ਇਹਦਾ ਕੋਈ ਜ਼ਿਕਰ ਨਹੀਂ ਮਿਲਦਾ। ਕੀ ਹਿੰਦੂਆਂ ਦੇ ਕਿਸੇ ਰਾਜਸੀ ਨੇਤਾ ਨੂੰ ਸ਼ਹੀਦ ਕੀਤਾ? ਜੰਗ ਵਿੱਚ ਭਾਵੇਂ ਕੋਈ ਮਾਰਿਆ ਗਿਆ ਹੋਵੇ, ਪਰ ਉਹਨੂੰ ਇਸ ਢੰਗ ਨਾਲ ਸ਼ਹੀਦ ਨਹੀਂ ਕੀਤਾ ਗਿਆ। ਤੇ ਉਹ ਜਿਸਨੇ ਹਾਲੇ ਤੱਕ ਹਥਿਆਰ ਹੀ ਨਹੀਂ ਸੀ ਚੁੱਕੇ, ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤੇ ਫਿਰ ਜਦੋਂ 10ਮ ਪਾਤਸ਼ਾਹ ਨੇ ਹਥਿਆਰ ਚੁੱਕ ਵੀ ਲਏ, ਤੇ ਜਰਾ ਦੇਖੀਏ ਕਿ ਕਿੰਨੀ ਬੇਦਰਦੀ ਵਰਤੀ ਗਈ ਹੈ, ਕਿ ਪੂਰਾ ਉਹਨਾਂ ਦਾ ਸਰਬੰਸ ਹੀ ਅਸੀਂ ਕਹਿ ਲਈਏ ਸਾਰਾ ਪਰਿਵਾਰ ਹੀ ਸ਼ਹੀਦ ਕਰ ਦਿੱਤਾ ਗਿਆ, ਘਰ ਦਾ ਕੋਈ ਮੈਂਬਰ ਜ਼ਿੰਦਾ ਹੀ ਨਹੀਂ ਉਹਨਾਂ ਨੇ ਰਹਿਣ ਦਿੱਤਾ। ਕੀ ਐਸਾ ਕਿਸੇ ਹੋਰ ਧਾਰਮਿਕ ਨੇਤਾ ਨਾਲ ਹੋਇਆ ਜਾਂ ਕਿਸੇ ਰਾਜਸੀ ਨੇਤਾ ਨਾਲ ਹੋਇਆ? ਤਾਂ ਫਿਰ ਇਹ ਕਿਉਂ ਹੋ ਰਿਹਾ? ਇਹ ਯੂਨੀਕ ਐਕਸਟ੍ਰੀਮ ਕਰੂਅਲਟੀ ਦਾ ਜਿਹੜਾ ਆਪਸ਼ਨ ਹੈ, ਕਿਉਂ ਰਾਜਿਆਂ ਨੇ ਵਰਤਿਆ? ਕਾਰਨ ਸਪਸ਼ਟ ਹੈ ਕਿ ਜਦੋਂ ਮੀਰੀ ਪੀਰੀ ਕੰਬਾਈਨ ਹੋ ਕੇ ਇੱਕ ਕੌਮ ਦੇ ਜੀਵਨ ਦੇ ਵਿੱਚ ਆ ਜਾਂਦੇ ਹਨ, ਤਾਂ ਉਹ ਬਰਾਬਰ ਦਾ ਖਤਰਾ ਇੱਕ ਧਰਮ ਦੇ ਵਾਸਤੇ ਵੀ ਖੜਾ ਹੋ ਜਾਂਦਾ ਹੈ, ਤੇ ਉਹ ਬਰਾਬਰ ਦਾ ਖਤਰਾ ਇੱਕ ਸਿਆਸਤ ਜਾਂ ਸਟੇਟ ਵਾਸਤੇ ਵੀ ਖੜਾ ਹੋ ਜਾਂਦਾ। ਨਾ ਇਹ ਰਾਜੇ ਨੂੰ ਐਕਸੈਪਟੇਬਲ ਹੈ ਤੇ ਨਾ ਧਾਰਮਿਕ ਨੇਤਾ ਨੂੰ ਐਕਸੈਪਟੇਬਲ ਹੈ। ਤਾਂ ਹਰ ਸਟੇਜ ਦੇ ਉੱਤੇ, ਆਪਾਂ ਥੋੜੇ ਜਿਹੇ ਇਤਿਹਾਸਕ ਗੱਲਾਂ ਕੀਤੀਆਂ ਨੇ, ਹਰ ਸਟੇਜ ਦੇ ਉੱਤੇ ਰਾਜਿਆਂ ਨੇ ਤੇ ਧਾਰਮਿਕ ਨੇਤਾਵਾਂ ਨੇ ਇਕੱਠੇ ਹੋ ਕੇ ਕਿਸ ਚੀਜ਼ ਨੂੰ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਇਹ ਯੂਨੀਫਾਈਡ ਸਿਧਾਂਤ। ਹੁਣ ਇੱਥੇ ਥੋੜੀ ਜਿਹੀ ਗੌਰ ਕਰਨ ਵਾਲੀ ਗੱਲ ਹੈ, ਯੂਨੀਫਾਈਡ ਸਿਧਾਂਤ ਦੇ ਅਗੇਂਸਟ ਸਟਰਗਲ ਹੈ। ਜਿਹੜੀ ਵੱਖ-ਵੱਖ ਸਿਧਾਂਤਾਂ ਉਹ ਚਲਾ ਹੀ ਰਹੇ ਸਨ। ਹਰ ਰਾਜੇ ਦੇ ਦਰਬਾਰ ਦੇ ਵਿੱਚ ਜਾਂ ਬ੍ਰਾਹਮਣ ਜਿਹੜੇ ਡਿਸੀਜਨ ਦੇਣ ਵਾਲੇ ਹੁੰਦੇ ਸਨ,
ਜਾਂ ਕਾਜ਼ੀ ਦੇਣ ਵਾਲੇ ਹੁੰਦੇ ਸਨ, ਡਿਸੀਜਨ ਗਾਈਡ ਕਰਨ ਵਾਲੇ, ਡਿਸੀਜਨ ਦੇਣ ਵਾਲੇ ਗਾਈਡ, ਉਹ ਸਾਰੇ ਹਰੇਕ ਰਾਜਾ ਆਪਣੇ ਦਰਬਾਰ ਦੇ ਵਿੱਚ ਰੱਖਦਾ ਸੀ। ਉਹਨਾਂ ਨੂੰ ਇਹ ਦੋ ਅਲੱਗ-ਅਲੱਗ ਜਿਹੜੀਆਂ ਸਟਰੀਮਸ ਦੇ ਵਿੱਚ, ਇਹ ਧਾਰਮਿਕ ਰਸਤਾ ਹੈ, ਇਹ ਰਾਜ ਦਾ ਰਸਤਾ ਹੈ। ਕਿਉਂਕਿ ਜਦੋਂ ਤੱਕ ਉਹ ਇਸ ਤਰੀਕੇ ਨਾਲ ਚੱਲਦੇ ਹਨ, ਜਿਹੜੇ ਲੋਕ ਕੇਵਲ ਧਰਮ ਦੇ ਰਸਤੇ ਨੂੰ ਪ੍ਰਚਾਰ ਕਰਦੇ ਹੁੰਦੇ ਹਨ, ਉਹਦੇ ਤੇ ਚੱਲਦੇ ਹੋ, ਉਹਨਾਂ ਨੂੰ ਮੈਨੀਪੂਲੇਟ ਕਰਨਾ ਬੜਾ ਸੌਖਾ ਹੈ। ਇੱਕ ਰਾਜੇ ਦੇ ਵਾਸਤੇ ਉਹ ਬੜਾ ਸੌਖਾ ਹੈ। ਪਰ ਜਦੋਂ ਇਹ ਦੋਨੋਂ ਕਨਸੈਪਟ ਯੂਨੀਫਾਈ ਹੋ ਜਾਂਦੇ ਹਨ, ਉਦੋਂ ਨਾ ਤਾਂ ਧਾਰਮਿਕ ਨੇਤਾ ਐਸੇ ਬੰਦੇ ਨੂੰ ਮੈਨੀਪੂਲੇਟ ਕਰ ਸਕਦਾ ਹੈ, ਤੇ ਨਾ ਹੀ ਰਾਜਸੀ ਨੇਤਾ ਉਹਨੂੰ ਮੈਨੀਪੂਲੇਟ ਕਰ ਸਕਦਾ। ਤੋ ਇਹ ਜਿਹੜੀਆਂ ਲੜਾਈਆਂ ਸਾਡੇ ਨਾਲ ਹੋਈਆਂ, ਜਿਹੜੇ ਜ਼ੁਲਮ ਸਾਡੇ ਤੇ ਹੋਏ, ਉਹ 18ਵੀਂ ਸਦੀ ਦੇ ਵਿੱਚ ਸਿੱਖਾਂ ਤੇ ਬੇਤਹਾਸ਼ਾ ਜ਼ੁਲਮ ਹੋਏ, ਘੱਲੂਘਾਰੇ ਵਾਪਰੇ, ਇੱਕ ਇੱਕ ਦਿਨ ਦੇ ਵਿੱਚ ਅੱਧੀ ਅੱਧੀ ਕੌਮ ਦਾ ਖਾਤਮਾ ਕੀਤਾ ਗਿਆ। ਇਹ ਸਾਰਾ ਦਰਅਸਲ ਦੇ ਵਿੱਚ ਸਮਾਜ ਦੇ ਵਿੱਚ ਸਟੇਟਸ ਕੋ ਨੂੰ ਮੇਨਟੇਨ ਕਰਨ ਦੀ ਸਟਰਗਲ ਸੀ, ਕਿਉਂਕਿ ਸਿੱਖੀ ਦੇ ਅਸੂਲ ਉਸ ਸਟੇਟਸ ਕੋ ਨੂੰ ਡਿਸਟਰਬ ਕਰਦੇ ਸਨ। ਇਸ ਕਰਕੇ ਸਾਰੇ ਹੀ ਦੁਸ਼ਮਣ ਸਿੱਖੀ ਦੇ ਬਣੇ ਹੋਏ ਸਨ। ਅਸੀਂ ਗਾਣੇ ਸੁਣਦੇ ਹਾਂ, ਸਿੱਖਾਂ ਦਾ ਪੱਤਾ ਪੱਤਾ ਵੈਰੀ, ਉਹ ਅਸਲੀਅਤ ਹੈ। ਹਰ ਸਟਰੀਮ ਆਫ ਥਾਟ ਜਿਹੜੀ ਆ ਉਹ ਸਿੱਖੀ ਨੂੰ ਦਬਾਉਣ ਦੇ ਉੱਤੇ ਲੱਗੀ ਹੋਈ ਸੀ। ਕਿਉਂ? ਕਿਉਂਕਿ ਇਹ ਇੱਕ ਰੈਵੋਲੂਸ਼ਨਰੀ ਆਈਡੀਆ ਸੀ ਕਿ ਦੋਨੋਂ ਸਟਰੀਮਸ ਜਿਹੜੀਆਂ, ਇੱਕ ਬੰਦੇ ਦੇ ਅੰਦਰ ਰਾਜਸੀ ਗੁਣ ਵੀ ਹੋਣ ਤੇ ਧਾਰਮਿਕ ਗੁਣ ਵੀ ਹੋਣ। ਨਾ ਉਹ ਧਾਰਮਿਕ ਨੇਤਾ ਦੇ ਉੱਤੇ ਡਿਪੈਂਡੈਂਟ ਹੋ ਕੇ ਆਪਣੀ ਜ਼ਿੰਦਗੀ ਬਿਤਾਏ ਕਿ ਦੱਸ ਹੁਣ ਮੈਂ ਕੀ ਕਰਨਾ ਹੈ, ਹੁਣ ਮੈਂ ਕੀ ਕਰਨਾ ਹੈ, ਤੇ ਨਾ ਹੀ ਰਾਜਸੀ ਨੇਤਾ ਦੇ ਥੱਲੇ ਲੱਗ ਕੇ ਉਹ ਅਨਿਆਸ ਹੋਏ, ਬਲਕਿ ਉਹਨੂੰ ਦੱਸੇ ਕਿ ਧਰਮ ਕੀ ਕਹਿੰਦਾ ਹੈ ਤੇ ਤੇਰੇ ਤੇਰੀ ਡਿਊਟੀ ਕੀ ਬਣਦੀ ਹੈ ਔਰ ਤੈਨੂੰ ਕੰਮ ਕੀ ਕਰਨਾ ਚਾਹੀਦਾ। ਤੋ ਇਸ ਕਰਕੇ ਇਹ ਸਿਚੁਏਸ਼ਨ ਸਾਰੀ ਨੂੰ ਜਦੋਂ ਅਸੀਂ ਐਗਜ਼ਾਮਿਨ ਕਰਦੇ ਹਾਂ, ਜਿਹੜੀ ਆਪਾਂ ਹੁਣ ਤੱਕ ਡਿਸਕਸ ਕੀਤੀ ਹੈ, ਉਹਦੇ ਚੋਂ ਇੱਕ ਗੱਲ ਬੜੀ ਸਪਸ਼ਟ ਹੋ ਕੇ ਨਿਕਲਦੀ ਹੈ ਕਿ ਜੇ ਅਸੀਂ ਧਰਮ ਦੇ ਅਫੇਅਰਸ ਦੇ ਵਿੱਚ ਵੀ ਤਬਦੀਲੀ ਲਿਆਣੀ ਹੈ, ਤੇ ਸਾਨੂੰ ਮੀਰ ਦਾ ਟਾਕਰਾ ਜ਼ਰੂਰ ਕਰਨਾ ਪਏਗਾ। ਰਾਜੇ ਦਾ ਵੱਲੋਂ ਉਹਨੂੰ ਸਪੋਰਟ ਜ਼ਰੂਰ ਦਿੱਤੀ ਜਾਏਗੀ ਸਟੇਟਸ ਕੋ ਨੂੰ ਮੇਨਟੇਨ ਕਰਨ। ਜਿਵੇਂ ਗੁਰੂ ਸਾਹਿਬਾਨ ਦਾ ਸਰਬੰਸ ਖਤਮ ਕੀਤਾ ਗਿਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਜਿਹੜਾ ਵੀ ਧਰਮ ਦੇ ਵਿੱਚ ਹੋ ਰਹੇ ਅਨਿਆਂ ਦੇ ਵਾਸਤੇ, ਜਿਹੜਾ ਧਰਮ ਵਿੱਚ ਬੇਇਨਸਾਫੀਆਂ ਜਿਹੜੀਆਂ ਹੋ ਰਹੀਆਂ ਹਨ, ਜਿਹੜੇ ਜ਼ੁਲਮ ਹੋ ਰਹੇ ਹਨ, ਉਹਨਾਂ ਦੇ ਖਿਲਾਫ ਆਵਾਜ਼ ਚੁੱਕੇਗਾ। ਉਹ ਚਾਹੇ ਅੱਜ ਸਿੱਖ ਧਰਮ ਦੇ ਅੰਦਰ ਹੀ ਹੋ ਰਹੀਆਂ ਤੇ ਤਾਂ ਵੀ ਅਸੀਂ ਚੁੱਕੀਏ, ਤੇ ਤਾਂ ਵੀ ਸਾਨੂੰ ਸਿਆਸੀ ਲੀਡਰਾਂ ਦੇ ਨਾਲ ਸਿੱਝਣਾ ਪਵੇ। ਤੇ ਜੇ ਅਸੀਂ ਸਿਆਸੀ ਨਿਜ਼ਾਮ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਧਰਮ ਦੇ ਨੇਤਾ ਵੀ ਉਹਦੇ ਵਿੱਚ ਸਿਆਸੀ ਨੇਤਾਵਾਂ ਨਾਲ ਰਲ ਕੇ ਸਾਡੇ ਰਾਹ ਦੇ ਵਿੱਚ ਰੋੜੇ ਪਾਣਗੇ, ਤਾਂ ਕਿ ਇਹ ਹੋ ਨਹੀਂ ਸਕਦਾ ਕਿ ਸਾਡਾ ਰਾਜਸੀ ਨੇਤਾ ਨਾਲ ਟਕਰਾਅ ਹੋਵੇ ਤੇ ਵਿੱਚ ਇੱਕ ਧਾਰਮਿਕ ਨੇਤਾ ਦਾ ਕੋਈ ਰੋਲ ਨਾ ਹੋਵੇ। ਇਹ ਦੁਨੀਆ ਚੱਲਦੀ ਹੀ ਇਸ ਤਰ੍ਹਾਂ, ਇਹਦਾ ਵਰਤਾਰਾ ਹੀ ਹੈ। ਸੋ ਇਸ ਤਰ੍ਹਾਂ ਜਦੋਂ ਤੱਕ, ਇਸੇ ਕਰਕੇ ਹੀ ਜਿੰਨੀਆਂ ਦੁਨੀਆ ਦੀਆਂ ਥਾਟਸ ਹੈਗੀਆਂ ਨੇ, ਪੋਲੀਟੀਕਲ ਥਾਟਸ ਨੇ, ਉਹਨਾਂ ਦੇ ਵਿੱਚ ਇੱਕ ਥਾਟ ਬੜੀ ਸੁਪਰੀਮ ਮੰਨੀ ਜਾਂਦੀ ਹੈ ਔਰ ਸਾਰੀ ਦੁਨੀਆ ਵਿੱਚ ਇਹਨੂੰ ਅਪਲਾਈ ਕਰਨ ਦਾ ਯਤਨ ਕੀਤਾ ਜਾਂਦਾ ਹੈ। ਔਰ ਉਹ ਬੜੀ ਸਿੰਪਲ ਇੱਕ ਲਾਈਨ ਦੇ ਵਿੱਚ ਥਾਟ ਸਾਨੂੰ ਦੱਸੀ ਜਾਂਦੀ ਹੈ, ਰਿਲੀਜੀਅਨ ਐਂਡ ਪੋਲਿਟਿਕਸ ਸ਼ੁੱਡ ਨਾਟ ਮਿਕਸ। ਇਹ ਦੋਨੋਂ ਹਮੇਸ਼ਾ ਵੱਖਰੇ ਰਹਿਣ, ਕਿਉਂਕਿ ਜਦ ਤੱਕ ਇਹ ਵੱਖਰੇ ਨੇ, ਜਿਹੜਾ ਪੋਲਿਟਿਕਸ ਹੈ ਉਹਨੂੰ ਆਪਣੇ ਐਥਿਕਸ ਦੀ, ਮੋਰਲਸ ਦੀ ਪਰਵਾਹ ਕਰਨ ਦੀ ਲੋੜ ਨਹੀਂ। ਉਹ ਹਰ ਤਰ੍ਹਾਂ ਦੇ ਜ਼ੁਲਮ ਕਰ ਸਕਦਾ ਹੈ। ਤੇ ਜਦੋਂ ਤੱਕ ਧਰਮ ਦੇ ਨਾਲ ਸਿਆਸਤ ਦੀ ਨਹੀਂ ਜੁੜੀ ਹੋਈ, ਤਾਂ ਉਹ ਸਿਆਸਤ ਦੇ ਨਾਲ ਅੱਗੇ ਹਮੇਸ਼ਾ ਗੋਡੇ ਟੇਕ ਕੇ ਝੁਕ ਕੇ ਹੀ ਰਹੇਗਾ। ਜਾਂ ਧਰਮ ਅੱਗੇ ਝੁਕ ਜਾਏਗਾ, ਤੇ ਜੇ ਧਰਮ ਜ਼ਿਆਦਾ ਪਾਵਰਫੁਲ ਹੋ ਗਿਆ ਤਾਂ ਸਿਆਸਤ ਉਹਦੇ ਅੱਗੇ ਝੁਕ ਜਾਏਗੀ। ਲੇਕਿਨ ਦੋਵਾਂ ਦੀ ਜਿਹੜੀ ਉਹ ਕੋਆਪਰੇਸ਼ਨ ਹੈ ਉਹ ਹਮੇਸ਼ਾ ਚੱਲਦੀ ਹੈ। ਤੋ ਜੇ ਇੱਕ ਸਿੱਖੀ ਆਦਰਸ਼ ਦੇ ਉੱਤੇ ਅਸੀਂ ਚੱਲਣਾ ਹੈ ਕਿ ਅਸੀਂ ਇੱਕ ਨਵੀਂ ਕਿਸਮ ਦਾ ਸਮਾਜ ਉਹਦੀ ਸਿਰਜਣਾ ਕਰਨੀ ਹੈ, ਤਾਂ ਸਾਨੂੰ ਦੋ ਧਾਰੀ ਲੜਾਈ ਲੜਨੀ ਪਵੇਗੀ। ਅਸੀਂ ਕਹਿੰਦੇ ਆ ਨਾ, ਸਿੱਖੀ ਦਾ ਤੇ ਜਨਮ ਹੀ ਖੰਡੇ ਦੀ ਧਾਰ ਚੋਂ ਹੋਇਆ। ਤਾਂ ਜ਼ਰਾ ਅਸੀਂ ਸੋਚਿਆ ਕਦੀ ਇਹ ਤਲਵਾਰ ਚੋਂ ਜਾਂ ਕਿਰਪਾਨ ਚੋਂ ਕਿਉਂ ਨਹੀਂ ਹੋਇਆ? ਕਿਉਂਕਿ ਸਾਨੂੰ ਦੋ ਧਾਰੀ ਲੜਾਈ ਲੜਨੀ ਪੈਣੀ ਹੈ, ਤੇ ਇਸ ਕਰਕੇ ਸਾਡਾ ਜਨਮ ਵੀ ਸਿੰਬੋਲਿਕਲੀ ਖੰਡੇ ਦੇ ਵਿੱਚੋਂ ਕੀਤਾ ਗਿਆ, ਜਿਹੜੇ ਕਿ ਦੋ ਧਾਰਾਂ ਵਾਲਾ ਖੰਡਾ ਹੁੰਦਾ। ਇਸ ਕਰਕੇ ਦੋ ਧਾਰਾ ਖੰਡਾ ਵੀ ਸਾਨੂੰ ਮੀਰੀ ਪੀਰੀ ਦਾ ਅਸਲ ਵਿੱਚ ਮੈਸੇਜ ਦੇ ਰਿਹਾ ਹੈ ਕਿ ਤੁਹਾਨੂੰ ਮਲਟੀ ਫੈਸੇਟਡ ਲੜਾਈਆਂ ਲੜਨੀਆਂ ਪੈਣੀਆਂ ਨੇ, ਜੇ ਤੁਸੀਂ ਸਿੱਖੀ ਆਦਰਸ਼ਾਂ ਨੂੰ ਸਾਹਮਣੇ ਰੱਖ ਕੇ ਜਿਹੜੀ ਸਟਰਗਲ ਕਰਨੀ ਹੈ। ਇਸੇ ਚੀਜ਼ ਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਫਰਨਾਮੇ ਦੇ ਵਿੱਚ ਜਦੋਂ ਔਰੰਗਜ਼ੇਬ ਨੂੰ ਲਿਖਿਆ, ਤੇ ਉਹਦੇ ਵਿੱਚ ਉਹਨਾਂ ਨੇ ਇੱਕ ਸ਼ੇਰ ਜਿਹੜਾ ਅਸੀਂ ਬਹੁਤ ਜ਼ਿਆਦਾ ਕੋਟ ਕਰਦੇ ਹਾਂ, ਚੁੰਕਾਰ ਹਜ਼ਮਾ ਹੀਰ ਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਬਸ਼ਮ ਸ਼ੀਰ ਦਸਤ। ਤਾਂ ਜ਼ਰਾ ਇਸ ਵਿਚਾਰ ਨੂੰ ਸਾਹਮਣੇ ਰੱਖ ਕੇ ਆਪਾਂ ਆਪਣੇ ਕੋਲੋਂ ਇਹ ਸਵਾਲ ਪੁੱਛੀਏ ਕਿ ਕੀ ਇਹ ਸ਼ੇਰ ਕਿਸੇ
ਪੋਲੀਟੀਕਲ ਸਿਆਸੀ ਬੰਦੇ ਦੇ ਵਾਸਤੇ ਗਾਈਡੈਂਸ ਲਈ ਗੁਰੂ ਸਾਹਿਬ ਨੇ ਲਿਖਿਆ ਸੀ, ਪਰ ਗੁਰੂ ਸਾਹਿਬ ਆਪ ਤੇ ਸਿਆਸੀ ਨਹੀਂ ਸਨ। ਇਹ ਤੇ ਉਹਨਾਂ ਨੇ ਉਹ ਲਿਖਿਆ ਜੋ ਉਹਨਾਂ ਨੇ ਕੀਤਾ, ਐਜ਼ ਅ ਗਾਈਡੈਂਸ ਸਾਡੇ ਵਾਸਤੇ ਉਹਨਾਂ ਨੇ ਲਿਖ ਛੱਡਿਆ। ਤੋ ਇਹ ਇੱਕ ਧਾਰਮਿਕ ਨੇਤਾ, ਇੱਕ ਧਰਮ ਦਾ ਗੁਰੂ, ਧਰਮ ਦਾ ਇੱਕ ਨਵਾਂ ਖਾਲਸੇ ਦਾ ਬਾਨੀ ਜਿਹੜਾ ਹੈ, ਉਹ ਇਹ ਗੱਲ ਨੂੰ ਕਹਿ ਰਿਹਾ ਹੈ। ਤਾਂ ਇਹ ਸਿਆਸਤ ਵਾਸਤੇ ਨਹੀਂ ਹੈ। ਪਰ ਕੀ ਇਹ ਜੋ ਸੁਨੇਹਾ ਸਾਨੂੰ ਗੁਰੂ ਸਾਹਿਬ ਨੇ ਇਹਦੇ ਵਿੱਚ ਦਿੱਤਾ ਹੈ, ਕੀ ਇਹ ਸਿਆਸਤ ਦੇ ਨਾਲ ਜਦੋਂ ਸਾਡਾ ਟਾਕਰਾ ਹੋਣਾ ਜ਼ਰੂਰੀ ਹੈ, ਕਿ ਉਹਨਾਂ ਹਾਲਾਤ ਦੇ ਵਾਸਤੇ ਨਹੀਂ? ਤੇ ਨਾਲੇ ਇੱਕ ਸਿਆਸਤਦਾਨ ਦੇ ਉੱਤੇ ਪਹਿਲੀ ਲਾਈਨ ਤਾਂ ਲਾਗੂ ਹੀ ਨਹੀਂ ਹੁੰਦੀ ਕਿ ਚੂੰਕਾਰ ਅਜ ਹਵਾ ਹੀਰ ਤੇ ਦਰ ਗੁਜ਼ਸ਼। ਕਿਹੜਾ ਸਿਆਸਤਦਾਨ ਹੈ ਜਿਹਦੇ ਹੱਥ 'ਚ ਪਾਵਰ ਹੋਵੇ, ਉਹ ਕਿਸੇ ਦੇ ਨਾਲ ਸਾਰੇ ਹੀਲੇ ਵਰਤੇ? ਉਹ ਤੇ ਉਹਨੂੰ ਇੱਕ ਸੁਨੇਹਾ ਭੇਜਦਾ ਵੀ ਜਾਂ ਤਾਂ ਤੂੰ ਮੇਰੇ ਅਧੀਨ ਹੋ ਜਾ, ਨਹੀਂ ਤਾਂ ਮੈਂ ਤੈਨੂੰ ਖਤਮ ਕਰ ਦਿਆਂ। ਇਟ ਇਜ਼ ਐਜ਼ ਸਿੰਪਲ ਐਜ਼ ਦੈਟ। ਉਹ ਤੇ ਲੜਾਈ ਸਿਰਫ ਜ਼ੋਰ ਦੇ ਨਾਲ ਲੜੀ ਜਾਂਦੀ ਹੈ। ਕਿਸੇ ਜ਼ਮਾਨੇ ਦੇ ਵਿੱਚ ਤਲਵਾਰ ਦੇ ਜ਼ੋਰ ਨਾਲ ਲੜੀ ਜਾਂਦੀ ਸੀ, ਅੱਜ ਵੋਟਾਂ ਦੇ ਜ਼ੋਰ ਨਾਲ ਲੜੀ ਜਾਂਦੀ ਹੈ। ਜਿਹੜਾ ਵੋਟਾਂ ਦੇ ਜ਼ੋਰ ਨਾਲ ਉਹਦੇ ਕਾਬੂ ਵਿੱਚ ਨਹੀਂ ਆਉਂਦਾ, ਉਹਦੇ ਫਿਰ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਹਨ। ਕਦੀ ਕਾਨੂੰਨ ਦਾ ਸਹਾਰਾ ਬਣਾਇਆ ਜਾਂਦਾ, ਕਦੀ ਕਿਸੇ ਚੀਜ਼ ਨਾਲ ਸਹਾਰਾ ਬਣਾਇਆ ਜਾਂਦਾ, ਕਦੀ ਉਹਨਾਂ ਨੂੰ ਕੈਦ ਕਰ ਦਿੱਤਾ ਜਾਂਦਾ, ਕਦੀ ਮਾਰ ਦਿੱਤਾ ਜਾਂਦਾ, ਕਈ ਕੁਝ ਕੀਤਾ ਜਾਂਦਾ। ਤੇ ਇਹ ਚੂੰ ਕਾਰ ਅਜ਼ਮਾਂ ਹੀਰ ਤੇ ਦਰ ਗੁਜ਼ਸ਼, ਇਹ ਤਾਂ ਚੀਜ਼ ਲਾਗੂ ਹੀ ਉਸ ਤੇ, ਜੇ ਅਸੀਂ ਸਿਆਸਤਦਾਨ ਦੀ ਵੀ ਗੱਲ ਕਰੀਏ, ਇਹ ਕੇਵਲ ਉਸੇ ਸਿਆਸਤਦਾਨ ਦੇ ਉੱਤੇ ਲਾਗੂ ਹੋ ਸਕਦੀ ਜਿਹਦੇ ਅੰਦਰ ਕੋਈ ਐਥਿਕਸ ਜਾਂ ਮੋਰਲ ਜਾਂ ਧਰਮ ਨਾਮ ਦੀ ਕੋਈ ਚੀਜ਼ ਹੋਵੇ। ਦੂਜੇ ਉੱਤੇ ਤਾਂ ਇਹ ਲਾਗੂ ਹੀ ਨਹੀਂ ਹੋ ਸਕਦੀ। ਤੇ ਜਿਹੜੀ ਦੂਜੀ ਪੰਕਤੀ ਹੈ ਇਹਦੀ ਹਲਾਲਸਤ ਗੁਰਦਨ व ਸ਼ਮਸ਼ੀਰ ਦਸਤ, ਇਹਦੇ ਤੋਂ ਤੇ ਸਾਡੇ ਧਰਮ ਦੇ ਨੇਤਾ ਜਿਹੜੇ ਨੇ ਉਹ ਮੁਨਕਰ ਨੇ। ਤੋ ਇਹ ਨਾ ਇੱਕ ਧਰਮ ਦੇ ਨੇਤਾ ਵਾਸਤੇ ਹੈ, ਨਾ ਸਿਆਸੀ ਨੇਤਾ ਵਾਸਤੇ ਹੈ, ਇਹ ਇੱਕ ਸਿੱਖ ਵਾਸਤੇ ਹੈ ਜਿਹਨੇ ਦੋਵਾਂ ਦੇ ਨਾਲ ਸਟਰਗਲ ਕਰਨੀ। ਤੇ ਇਹ ਤਾਂ ਇਹ ਰਸਤਾ ਸਾਨੂੰ ਸਤਿਗੁਰੂ ਜੀ ਨੇ ਦੱਸਿਆ। ਇਹ ਕਿਸੇ ਸਿਆਸੀ ਨੇਤਾ ਵਾਸਤੇ ਨਹੀਂ। ਅਸੀਂ ਇਹਨੂੰ ਸਿਰਫ ਇੱਕ ਵੀਰ ਰਸ ਦਾ ਸ਼ੇਰ ਬਣਾ ਕੇ ਤੇ ਇਹਨੂੰ ਉਹ ਗੱਤਕੇ ਦੇ ਅਖਾੜਿਆਂ ਵਿੱਚ ਤਲਵਾਰਾਂ ਘੁਮਾਉਂਦੇ ਹੋਏ ਬੋਲਣ ਦਾ ਅਸੀਂ ਆਪਣਾ ਇੱਕ ਰਿਵਾਜ ਪਾ ਲਿਆ। ਪਰ ਅਸਲ ਦੇ ਵਿੱਚ ਸਾਡੀ ਮੇਰੀ ਪੀਰੀ ਦਾ ਜਿਹੜਾ ਸਿਧਾਂਤ ਸਾਨੂੰ ਸਤਿਗੁਰੂ ਨੇ ਦਿੱਤਾ, ਜਿਹੜਾ ਕਿ ਐਕਚੁਅਲੀ ਤਾਂ ਪਹਿਲਾਂ ਹੀ ਸਿੱਖ ਧਰਮ ਦੇ ਅਸੂਲਾਂ ਵਿੱਚ ਬਿਲਟ ਇਨ ਸੀ, ਸਿਰਫ ਉਹ ਪ੍ਰਗਟ ਇਸ ਤਰੀਕੇ ਨਾਲ ਕੀਤਾ ਗਿਆ। ਉਸ ਸਿਧਾਂਤ ਨੂੰ ਅਪਲਾਈ ਕਰਨ ਦਾ ਇੱਕ ਢੰਗ ਦੱਸਿਆ ਸਤਿਗੁਰੂ ਨੇ, ਵੀ ਇਹ ਢੰਗ ਹੈ ਮੇਰੀ ਪੀਰੀ ਦਾ ਜੀਵਨ ਜੀ। ਹੁਣ ਇਹਦੇ ਲਈ ਦੇਖੀਏ ਤਾਂ ਸਾਡੇ ਲਈ ਜਿਹੜਾ ਮੇਰੀ ਪੀਰੀ ਵਾਸਤੇ ਦੋ ਸ਼ਰਤਾਂ ਪੂਰੀਆਂ ਹੋਣੀਆਂ ਜ਼ਰੂਰੀ ਨੇ। ਪਹਿਲੀ ਤਾਂ ਇਹ ਹੈ ਕਿ ਇੱਕ ਧਾਰਮਿਕ ਫਿਰਕਾ ਤੇ ਸਿਆਸੀ ਫਿਰਕਾ, ਕਹਿ ਲਈਏ, ਜਾਂ ਰਿਲੀਜੀਅਨ ਦੀ, ਧਰਮ ਦੀ ਕਲਾਸ ਤੇ ਸਿਆਸਤ ਦੀ ਕਲਾਸ, ਇਹ ਦੋ ਅਲੱਗ-ਅਲੱਗ ਕਲਾਸਿਸ ਨਹੀਂ ਹੋ ਸਕਦੀਆਂ। ਸਿੱਖ ਦੇ ਵਾਸਤੇ ਦੇ ਆਰ ਯੂਨੀਫਾਈਡ। ਇਹਨਾਂ ਨੇ ਇੱਕ ਦੂਜੇ ਦੇ ਨਾਲ ਰਲ ਕੇ, ਮਤਲਬ ਇਹ ਦੋਵਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੰਬਾਈਨ ਜਦ ਤੱਕ ਨਹੀਂ ਹੁੰਦੀ ਉਦੋਂ ਤੱਕ ਮੇਰੀ ਪੀਰੀ ਨਹੀਂ ਹੋ ਸਕਦੀ। ਇਹ ਇੱਕੋ ਥਾਂ ਤੇ ਹੋਵੇਗੀ ਤੇ ਫਿਰ ਇਹ ਹੋਵੇਗੀ। ਔਰ ਇਹ ਅਸੀਂ ਦੇਖਿਆ ਜਦੋਂ ਤੱਕ ਸਾਡੇ ਦਲ ਖਾਲਸਾ ਨੇ ਉਹਨਾਂ ਦੇ ਖਿਲਾਫ ਸਟਰਗਲ ਕੀਤੀ, ਤੇ ਸਾਡੀ ਰਿਲੀਜੀਅਸ ਐਂਡ ਪੋਲੀਟੀਕਲ ਐਂਡ ਮਿਲਟਰੀ ਲੀਡਰਸ਼ਿਪ ਯੂਜ਼ਡ ਟੂ ਬੀ ਕੰਬਾਈਨਡ ਲੀਡਰਸ਼ਿਪ। ਇੱਕੋ ਹੀ ਜਥੇਦਾਰ ਹੁੰਦਾ ਸੀ ਸਾਡਾ, ਚਾਹੇ ਨਵਾਬ ਕਪੂਰ ਸਿੰਘ ਸੀ, ਜਾਂ ਉਸ ਤੋਂ ਪਹਿਲੇ ਭਾਈ ਦਰਬਾਰਾ ਸਿੰਘ ਸੀ, ਜਾਂ ਉਸ ਤੋਂ ਪਹਿਲੇ ਹੋਰ ਸਾਡੇ ਜਿਹੜੇ ਜਥੇਦਾਰ ਸਨ। ਦੇਵਾਰ ਜਥੇਦਾਰ, ਉਹ ਸਾਰੇ ਜਥੇਦਾਰ ਸਾਰੇ ਐਸਪੈਕਟਸ ਦੇ ਜਥੇਦਾਰ ਸਨ। ਉਹ ਸਿਰਫ ਆਰਮੀ ਦੇ ਕਮਾਂਡਰ ਨਹੀਂ ਸਨ, ਜਾਂ ਰਾਜਸੀ ਨੇਤਾ ਨਹੀਂ ਸਨ, ਜਾਂ ਸਿਰਫ ਧਾਰਮਿਕ ਨੇਤਾ ਨਹੀਂ ਸਨ। ਉਹ ਸੰਪੂਰਨ ਪਰਸਨੈਲਿਟੀ ਸਨ ਸਿੱਖ ਦੀਆਂ, ਜਿਨ੍ਹਾਂ ਦੇ ਵਿੱਚ ਮੇਰੀ ਪੀਰੀ ਦਾ ਸਿਧਾਂਤ ਪ੍ਰਤੱਖ ਵਰਤ ਰਿਹਾ ਸੀ। ਤੋ ਇਹ ਸਾਡੇ ਵਾਸਤੇ ਇਹ ਸੇਧ ਹੈਗੀ ਹੈ ਕਿ ਜਦ ਤੱਕ ਅਸੀਂ ਇਸ ਦੋਨੋਂ ਅਵਸਥਾਵਾਂ ਨੂੰ ਕੰਬਾਈਨ ਕਰਾਂਗੇ, ਉੱਥੇ ਤਦ ਤੱਕ ਇਹ ਮੇਰੀ ਪੀਰੀ ਦਾ ਕਨਸੈਪਟ ਜਿਹੜਾ ਉਹ ਨਹੀਂ ਆ ਸਕਦਾ। ਹੁਣ ਜੇ ਇਹਨੂੰ ਥੋੜਾ ਜਿਹਾ ਵਿਚਾਰੀਏ, ਜੇ ਅਸੀਂ ਦੋ ਪ੍ਰੋਫੈਸ਼ਨਲ ਜਮਾਤਾਂ ਬਣਾ ਦਿੱਤੀਆਂ, ਇਹ ਪ੍ਰੋਫੈਸ਼ਨਲ ਧਾਰਮਿਕ ਜਮਾਤ ਹੈ ਜਿਹਨੂੰ ਅਸੀਂ ਪੁਜਾਰੀ ਜਮਾਤ ਕਹਿ ਦਿੰਦੇ ਹਾਂ, ਦੂਜਾ ਇਹ ਪ੍ਰੋਫੈਸ਼ਨਲ ਪੋਲੀਟੀਕਲ ਜਮਾਤ ਹੈ ਜਿਹਨੂੰ ਅਸੀਂ ਸਿਆਸੀ ਨੇਤਾ ਵਾਲੀ ਜਮਾਤ ਕਹਿ ਦਿੰਦੇ ਹਾਂ, ਤਾਂ ਫਿਰ ਇਹ ਗੱਲ ਤਾਂ ਖਤਮ ਹੋ ਗਈ। ਇਹ ਤਾਂ ਕਦੀ ਆ ਹੀ ਨਹੀਂ ਸਕਦਾ। ਜਦੋਂ ਅਸੀਂ ਦੋ ਜਮਾਤਾਂ ਬਣਾ ਲਈਆਂ ਤਾਂ ਇਹ ਦੋ ਜਮਾਤਾਂ ਹੋਣੀਆਂ ਸਾਡੇ ਵਿੱਚ ਇਸ ਚੀਜ਼ ਦਾ ਸਰਟੀਫਿਕੇਟ ਹੈ ਕਿ ਅਸੀਂ ਮੇਰੀ ਪੀਰੀ ਨੂੰ ਫੋਲੋ ਨਹੀਂ ਕਰ। ਹੁਣ ਕਿੱਥੇ ਅਸੀਂ ਗੱਲ ਸ਼ੁਰੂ ਕੀਤੀ ਸੀ, ਸਾਨੂੰ ਦੱਸਿਆ ਜਾਂਦਾ ਕਿ ਦੋਵੇਂ ਰਸਤੇ ਠੀਕ ਹਨ ਸਿੱਖ, ਪਰ ਇੱਥੇ ਆ ਕੇ ਇਹ ਗੱਲ ਸਮਝ ਲੱਗਦੀ ਹੈ, ਕਿਉਂਕਿ ਇਹਦੇ ਚੋਂ ਜਿੰਨੀਆਂ ਪ੍ਰੋਬਲਮ ਸਾਡੇ ਲਈ ਕ੍ਰੀਏਟ ਹੋ ਰਹੀਆਂ ਪ੍ਰੈਜ਼ੈਂਟ ਸਿਸਟਮ ਵਿੱਚੋਂ, ਜੇ ਉਹਨਾਂ ਦੇ ਉੱਤੇ ਵਿਚਾਰ ਕਰੀਏ ਤੇ ਗੱਲ ਸਮਝ ਵਿੱਚ ਆ ਜਾਂਦੀ ਹੈ ਕਿ ਜਦੋਂ ਤੱਕ ਇਹ ਦੋਨੇ ਕਲਾਸਾਂ ਐਟ ਅ ਸਿੰਗਲ ਪਲੇਸ, ਸਿੰਗਲ ਬਾਡੀ, ਉਹ ਜਿਹੜੀ ਵੀ ਬਾਡੀ ਬਣਾਈ ਜਾਵੇ ਉਹਦੇ ਵਿੱਚ ਕੰਬਾਈਨਡ ਨਹੀਂ ਹੋਣਗੀਆਂ,
ਜਾਂ ਸਿੰਗਲ ਦੋਵਾਂ ਕਲਾਸਾਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਸਾਡੇ ਨੇਤਾ ਨਹੀਂ ਹੋਣਗੇ, ਉਦੋਂ ਤੱਕ ਸਾਡੀਆਂ ਪ੍ਰੋਬਲਮਸ ਦੇ ਵਿੱਚ ਕੋਈ ਮਤਲਬ ਸਾਨੂੰ ਉਹਦਾ ਕੋਈ ਸੋਲੂਸ਼ਨ ਨਹੀਂ ਮਿਲ ਸਕਦਾ। ਤਾਂ ਸਾਨੂੰ ਨਾ ਪੁਜਾਰੀ ਪ੍ਰਵਾਨ ਹੋਣੇ ਚਾਹੀਦੇ ਨੇ ਜੇ ਅਸੀਂ ਮੀਰੀ ਪੀਰੀ ਦਾ ਰਸਤੇ ਤੇ ਚੱਲਣਾ ਚਾਹੁੰਦੇ ਹਾਂ, ਤੇ ਨਾ ਹੀ ਸਾਨੂੰ ਪ੍ਰੋਫੈਸ਼ਨਲ ਸਿਆਸਤਦਾਨ ਜਿਹੜੇ ਨੇ ਉਹ ਕਦੇ ਵੀ ਪ੍ਰਵਾਨ ਹੋਣੇ ਚਾਹੀਦੇ ਨੇ। ਸਾਨੂੰ ਤੇ ਕੰਬਾਈਨਡ ਲੀਡਰਸ਼ਿਪ ਦੀ ਖੋਜ ਕਰਨੀ ਚਾਹੀਦੀ ਹੈ, ਤੇ ਤਾਂ ਹੀ ਸਾਡਾ ਕੁਝ ਸੁਧਾਰ ਹੋ ਸਕਦਾ। ਹੁਣ ਸਵਾਲ ਹੋ ਗਿਆ, ਇਹ ਤਾਂ ਗੱਲਾਂ ਬੜੀਆਂ ਵੱਡੀਆਂ ਨੇ ਕਿਉਂਕਿ ਅਸੀਂ ਲੀਡਰਸ਼ਿਪ ਦੀਆਂ ਗੱਲ ਕਰ ਰਹੇ ਹਾਂ, ਨਾ ਮੈਂ ਲੀਡਰ ਹਾਂ ਤੇ ਨਾ ਅਸੀਂ ਜਿਹੜੇ ਸੁਣ ਰਹੇ ਹਾਂ ਉਹਨਾਂ ਚੋਂ ਕੋਈ ਲੀਡਰ ਹੈ। ਤਾਂ ਫਿਰ ਇਹਦਾ ਕੀ ਮਤਲਬ ਹੈ ਕਿ ਅਸੀਂ ਹੱਥ ਤੇ ਹੱਥ ਧਰ ਕੇ ਬੈਠ ਜਾਈਏ? ਇਹ ਤਾਂ ਕੰਮ ਉਹਨਾਂ ਦਾ ਹੀ ਹੈ। ਕਿ ਇੱਕ ਆਮ ਸਧਾਰਨ ਸਿੱਖ ਦੇ ਜੀਵਨ ਵਿੱਚ ਵੀ ਕੋਈ ਮੀਰੀ ਪੀਰੀ ਦਾ ਰੋਲ, ਇਹਦਾ ਕੋਈ ਅਰਥ ਹੈ, ਜਾਂ ਇਹ ਸਿਰਫ ਇੱਕ ਥਿਓਰੈਟੀਕਲ ਕਨਸੈਪਟ ਹੈ ਜਿਹਨੂੰ ਅਸੀਂ ਪ੍ਰੈਕਟੀਕਲੀ ਅਪਲਾਈ ਨਹੀਂ ਕਰ ਸਕਦੇ? ਕਿ ਅਸੀਂ ਨੋਰਮਲ ਵਿੱਚ ਕਦੀ ਲਿਆ ਸਕਦੇ ਹਾਂ ਜਾਂ ਲਿਆ ਰਹੇ ਹਾਂ? ਹੁਣ ਜੇ ਦੇਖਿਆ ਜਾਏ ਤੇ ਮੀਰੀ ਪੀਰੀ, ਜਿਵੇਂ ਅਸੀਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ, ਕੋਈ ਵੱਖਰਾ ਸਿਧਾਂਤ ਨਹੀਂ ਹੈ। ਜੋ ਜੀਵਨ ਜੁਗਤ, ਜੋ ਰਹਿਤ, ਜੋ ਸਿਧਾਂਤ ਸਾਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਦਿੱਤੇ ਹਨ, ਉਹਦੇ ਵਿੱਚੋਂ ਇੱਕ ਨੈਚੁਰਲ ਡਿਵੈਲਪਮੈਂਟ ਹੋ ਕੇ ਇੱਥੇ ਤੱਕ ਪਹੁੰਚਦਾ। ਜੇ ਅਸੀਂ ਉਹ ਜੁਗਤ ਅਪਣਾਉਣੀ ਹੈ, ਜੇ ਅਸੀਂ ਉਹ ਜੀਵਨ ਜਾਚ ਅਪਣਾਉਣੀ ਹੈ ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਆਪ ਜੀਵਿਆ ਤੇ ਸਾਨੂੰ ਜਿਉਣ ਦੀ ਜਾਚ ਸਿਖਾਈ, ਤੇ ਉਹਦੇ ਸਾਨੂੰ ਕਈ ਚੀਜ਼ਾਂ ਬਿਲਕੁਲ ਸਪਸ਼ਟ ਹੋ ਕੇ ਨਜ਼ਰ ਆ ਰਹੀਆਂ। ਜਿੱਥੇ ਸਟੈਂਡ ਲੈਣ ਦੀ ਲੋੜ ਪਈ, ਗੁਰੂ ਨਾਨਕ ਸਾਹਿਬ ਨੇ ਸਟੈਂਡ ਲਿਆ। ਜਿੱਥੇ ਆਵਾਜ਼ ਚੁੱਕਣ ਦੀ ਲੋੜ ਪਈ, ਉਹਨਾਂ ਦੀ ਬਾਣੀ ਦੇ ਵਿੱਚ ਦਰਜ ਹੈ ਉਹਨਾਂ ਦਾ ਸਿਧਾਂਤ, ਸਟੈਂਡ ਜਿਹੜਾ ਉਹਨਾਂ ਨੇ ਲਿਆ। ਜਦੋਂ ਜੀਵਨ ਜੀਣ ਲੱਗੇ ਤਾਂ ਕੀ ਉਹਨਾਂ ਨੇ ਜੀਵਨ ਨਾ ਤੇ ਧਾਰਮਿਕ ਨੇਤਾ ਵਾਲਾ ਜੀਵਿਆ ਤੇ ਨਾ ਸਿਆਸੀ ਨੇਤਾ ਵਾਲਾ ਜੀਵਿਆ। ਹਾਲਾਂਕਿ ਚੈਲੰਜ ਦੋਵਾਂ ਨੂੰ ਕਰ ਆਏ ਨੇ, ਦੋਵਾਂ ਦੇ ਉੱਤੇ ਦਿਗਵਿਜੈ ਪ੍ਰਾਪਤ ਕਰ ਆਏ ਨੇ, ਪਰ ਉਹਨਾਂ ਨੇ ਜਿਹੜਾ ਜੀਵਨ ਜੀਵਿਆ ਉਹ ਇੱਕ ਕਿਰਤੀ ਸਿੱਖ ਦਾ ਜੀਵਨ। ਤਾਂ ਇਹ ਸਾਰੀ ਗੱਲ ਨੂੰ ਕੰਬਾਈਨ ਕਰਕੇ ਸਾਨੂੰ ਕੀ ਗੱਲ ਸਮਝ ਲੱਗਦੀ ਹੈ ਕਿ ਹਰ ਕਿਰਤੀ ਸਿੱਖ ਦੇ ਵਿੱਚ ਧਰਮ ਦਾ ਤੇ ਰਾਜਨੀਤੀ ਦਾ, ਧਰਮ ਦਾ ਤੇ ਸਿਆਸਤ ਦਾ ਕਹੀਏ ਜਾਂ ਰਾਜਸੀ ਪਾਵਰ ਦਾ ਜਿਹੜਾ ਹੈ, ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਹੋਏਗਾ ਤੇ ਅਸੀਂ ਦੋਵਾਂ ਦੇ ਨਾਲ ਲੜ ਸਕਦੇ ਹਾਂ, ਨਹੀਂ ਤੇ ਨਹੀਂ ਲੜ ਸਕਦੇ। ਹੁਣ ਗੁਰੂ ਨਾਨਕ ਸਾਹਿਬ ਵਿੱਚ ਸਾਰੀਆਂ ਸਪਸ਼ਟ ਸਾਨੂੰ ਕੁਆਲਿਟੀਆਂ ਦਿਸ ਰਹੀਆਂ। ਬਾਕੀ ਗੁਰੂ ਸਾਹਿਬਾਨ ਦੇ ਵੀ ਜੀਵਨ ਨੂੰ ਇਸ ਨਜ਼ਰੀਏ ਨਾਲ ਥੋੜੀ ਜਿਹੀ ਵਿਚਾਰ ਕਰੀਏ, ਉਹਨਾਂ ਵਿੱਚ ਸਾਰੇ ਗੁਣ ਮੌਜੂਦ ਹਨ। ਇੱਥੋਂ ਤੱਕ ਕਿ ਜਿਹੜਾ ਆਮ ਦੁਨੀਆ ਦੀ ਨਜ਼ਰ ਦੇ ਵਿੱਚ ਸਾਡੇ ਸਭ ਤੋਂ ਛੋਟੀ ਉਮਰ ਦੇ ਗੁਰੂ ਸਨ, ਉਹਨਾਂ ਦੇ ਦਰਵਾਜ਼ੇ ਤੇ ਸਾਨੂੰ ਸਾਡਾ ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਮਿਲਣ ਲਈ ਆਇਆ ਤੇ ਅੱਧੀ ਘੜੀ, ਭਾਵ ਤਕਰੀਬਨ 20-25 ਮਿੰਟ ਬਾਹਰ ਇੰਤਜ਼ਾਰ ਕਰਕੇ ਉਹ ਵਾਪਸ ਮੁੜ ਗਿਆ। ਗੁਰੂ ਸਾਹਿਬ ਨੇ ਦਰਵਾਜ਼ਾ ਖੋਲ੍ਹਣ ਤੋਂ ਨਾ ਕਰ ਦਿੱਤੀ। ਤਾਂ ਕੌਣ ਕਹੇਗਾ ਕਿ ਉਹਨਾਂ ਦੇ ਵਿੱਚ ਜਿਹੜੇ ਸਨ ਉਹ ਗੁਣ, ਰਾਜਸੀ ਗੁਣ ਮੌਜੂਦ ਨਹੀਂ ਸਨ? ਬਾਕੀ ਗੁਰੂ ਸਾਹਿਬਾਨ ਦੀ ਤਾਂ ਆਪਾਂ ਗੱਲ ਛੱਡ ਹੀ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਤਾਂ ਇੱਕ ਵੱਡੇ ਡਿਪਲੋਮੈਟ ਜਾਂ ਰਾਜਸੀ ਜਿਹੜੇ ਨੈਗੋਸ਼ੀਏਟਰ ਦੇ ਤੌਰ ਦੇ ਉੱਤੇ ਜਾ ਕੇ ਦੋ ਰਾਜਾਂ ਦੇ ਵਿੱਚ, ਇੱਕ ਬੜੀ ਵੱਡੀ ਗੱਲ ਹੈ ਜੇ ਅੱਜ ਦੇ ਦੌਰਾਨ ਦੇਖਿਆ ਜਾਵੇ। ਜਦੋਂ ਦੋ ਦੇਸ਼ਾਂ ਦਾ ਝਗੜਾ ਪੈ ਜਾਂਦਾ ਹੈ ਤੇ ਸਮਝੌਤਾ ਕਰਾਉਣ ਵਾਲੇ ਦਾ ਕੀ ਸਟੇਟਸ ਹੁੰਦਾ ਹੈ, ਕੈਸਾ ਬੰਦਾ ਹੁੰਦਾ ਹੈ, ਜਿਹੜਾ ਅਸੀਂ ਸੋਚੀਏ ਉਹਦੇ 'ਚ ਕਿੰਨੀ ਕਾਬਲੀਅਤ ਹੁੰਦੀ ਹੈ। ਤੇ ਗੁਰੂ ਸਾਹਿਬ ਨੇ ਤੇ ਉਹ ਕੰਮ ਕਰਕੇ ਸਾਡੇ ਸਾਹਮਣੇ ਲਿਆਂਦਾ। ਤਾਂ ਸਾਰੇ ਗੁਣ ਗੁਰੂ ਸਾਹਿਬਾਨ ਦੇ ਵਿੱਚ ਵੀ ਸਨ, ਤੇ ਅੱਗੋਂ ਇਹ ਜਦ ਤੱਕ ਸਿੱਖਾਂ ਦੇ ਵਿੱਚ ਨਹੀਂ ਆਉਂਦੇ ਤੇ ਸਿੱਖੀ ਦੀ ਚੜ੍ਹਤ ਉਦੋਂ ਤੱਕ ਨਹੀਂ ਹੋ ਸਕਦੀ। ਪਰ ਹੁਣ ਸਵਾਲ ਇਹ ਹੈ ਕਿ ਜਦੋਂ ਅਸੀਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕਿ ਇਹ ਬੜਾ ਕੰਮ ਜ਼ਰੂਰੀ ਹੈ ਜੀ, ਇਹ ਕਰਨਾ ਚਾਹੀਦਾ, ਪਰ ਕੋਈ ਲੀਡਰਸ਼ਿਪ ਦੇਵੇ, ਕੋਈ ਅੱਗੇ ਲੱਗੇ ਤੇ ਫਿਰ ਕਰੇ, ਜਾਂ ਸਾਡੀ ਕੋਈ ਸੰਸਥਾ, ਕੋਈ ਗੁਰਦੁਆਰਾ ਹੀ ਸਾਡੇ ਸ਼ਹਿਰ ਦਾ ਸ਼ੁਰੂ ਕਰ ਦੇਵੇ, ਅਸੀਂ ਤਾਂ ਵੀ ਨਾਲ ਲੱਗ ਕੇ ਕਰਨ ਨੂੰ ਤਿਆਰ ਹਾਂ ਜੀ, ਜਾਂ ਸਾਡੀ ਕੇਂਦਰੀ ਸੰਸਥਾ ਕਰੇ, ਜਾਂ ਸਾਡੇ ਕੇਂਦਰੀ ਲੀਡਰ ਕਰਨ। ਜਦੋਂ ਅਸੀਂ ਇਹ ਗੱਲਾਂ ਕਰ ਰਹੇ ਹੁੰਦੇ ਹਾਂ, ਔਰ ਮੈਨੂੰ ਕਹਿਣ 'ਚ ਕੋਈ ਸ਼ਰਮ ਨਹੀਂ, ਮੈਂ ਆਪ ਵੀ ਕਰਦਾ, ਤੇ ਮੇਰਾ ਖਿਆਲ ਹੈ ਤੁਸੀਂ ਵੀ ਸਾਰੇ ਇਹ ਗੱਲਾਂ ਕਦੀ ਨਾ ਕਦੀ ਮੂੰਹ ਚੋਂ ਕੱਢ ਦਿੰਦੇ ਹੁੰਦੇ ਵੀ ਕੋਈ ਆਏਗਾ, ਅੱਗੇ ਲੱਗੇਗਾ ਤੇ ਅਸੀਂ ਫਿਰ ਨਾਲ ਰਲ ਕੇ ਕੰਮ ਕਰਾਂਗੇ। ਤਾਂ ਜ਼ਰਾ ਸੋਚੀਏ ਕਿ ਜਿਹੜਾ ਮੀਰੀ ਪੀਰੀ ਦਾ ਜੀਵਨ ਸਾਨੂੰ ਸਤਿਗੁਰੂ ਨੇ ਦੇਣਾ ਸ਼ੁਰੂ ਕੀਤਾ, ਜੋ ਸਿਧਾਂਤ ਦਿੱਤਾ, ਕੀ ਅਸੀਂ ਉਸ ਸਿਧਾਂਤ ਤੇ ਫਿਰ ਅਮਲ ਕਰ ਰਹੇ ਹਾਂ? ਭਾਵੇਂ ਉਹ ਧਾਰਮਿਕ ਪ੍ਰੋਬਲਮ ਦੇ ਉੱਤੇ ਕੰਮ ਕਰਨਾ ਹੋਵੇ, ਸਿਆਸੀ ਪ੍ਰੋਬਲਮ, ਸਮਾਜਿਕ ਪ੍ਰੋਬਲਮ, ਪ੍ਰੋਫੈਸ਼ਨਲ ਪ੍ਰੋਬਲਮ, ਕਿਸੇ ਵੀ ਗੱਲ ਦੀ ਹੋਵੇ, ਕੀ ਅਸੀਂ ਉਹਦੇ ਉੱਤੇ ਕੰਮ ਕਰਨ ਤੋਂ ਸਿਰਫ ਇਸ ਲਈ ਝੱਕ ਜਾਂਦੇ ਹਾਂ ਕਿ ਸਾਨੂੰ ਇੱਕ ਲੀਡਰ ਦੀ ਉਡੀਕ ਹੈ? ਇਹ ਤਾਂ ਸਿੱਖੀ ਜੀਵਨ ਜਾਚ ਸਾਨੂੰ ਸਤਿਗੁਰੂ ਨੇ ਸਿਖਾਈ ਨਹੀਂ। ਗੱਲ ਤਾਂ ਇਹ ਹੋਣੀ ਚਾਹੀਦੀ ਕਿ ਜੋ ਸਮਰੱਥਾ ਸਾਨੂੰ ਸਤਿਗੁਰੂ ਨੇ, ਅਕਾਲ ਪੁਰਖ ਨੇ ਦਿੱਤੀ ਹੈ, ਉਹਨੂੰ ਵਰਤ ਕੇ ਅਸੀਂ ਉਹ ਕੰਮ ਸ਼ੁਰੂ ਕਰਨਾ ਕਰ ਦਈਏ। ਇਹ ਮੀਰੀ ਪੀਰੀ ਇਨ ਪ੍ਰੈਕਟਿਸ ਹੈ। ਮੈਂ ਕੁਝ ਕੁ ਗੁਰਸਿੱਖਾਂ ਦੀਆਂ ਉਦਾਹਰਨਾਂ ਦੇ ਕੇ, ਉਹ ਸਮਾਂ ਮੈਂ ਜਿੰਨਾ ਲੈਣਾ ਸੀ ਲੈ ਲਿਆ, ਸਿਰਫ ਉਦਾਹਰਨਾਂ ਹੀ ਦੇ ਰਿਹਾ ਦੋ ਚਾਰ,
ਵੀ 5-7 ਸਿੱਖ ਇਕੱਠੇ ਹੋਏ, ਉਹਨਾਂ ਨੂੰ ਲੱਗਿਆ ਕਿ ਸਿੱਖੀ ਨੂੰ ਬਚਾਉਣ ਦੇ ਵਾਸਤੇ, ਸਿੱਖ ਧਰਮ ਦੇ ਪੁਨਰ ਉਥਾਨ ਦੇ ਵਾਸਤੇ ਕੁਝ ਕੰਮ ਕਰਨ ਦੀ ਲੋੜ ਹੈ। ਉਹਨਾਂ ਨੇ ਨਾ ਧਾਰਮਿਕ ਨੇਤਾਵਾਂ ਦੀ ਉਡੀਕ ਕੀਤੀ, ਨਾ ਰਾਜਸੀ ਨੇਤਾਵਾਂ ਦੀ ਉਡੀਕ ਕੀਤੀ, ਨਾ ਕਿਸੇ ਸਰਪ੍ਰਸਤੀ ਦੀ ਉਡੀਕ ਕੀਤੀ। 5-7 ਬੰਦਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਕੰਮ ਨੇ ਐਸਾ ਰੰਗ ਲਿਆਂਦਾ ਕਿ ਉਹ ਫਿਰ ਸਿੰਘ ਸਭਾ ਲਹਿਰ ਦੇ ਵਿੱਚ ਰੂਪ ਵਿੱਚ ਸਾਡੇ ਸਾਹਮਣੇ ਆਇਆ ਤੇ ਉਹਨੇ ਆ ਕੇ ਸਿੱਖੀ ਦੀ ਨੁਹਾਰ ਹੀ ਬਦਲ ਦਿੱਤੀ। ਕਿੰਨੀ ਚੜ੍ਹਦੀ ਕਲਾ ਵਿੱਚ ਪੂਰੀ ਕੌਮ ਨੂੰ ਉਹ 5-7 ਸਿੱਖਾਂ ਦਾ ਜੋ ਉਹ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਅਮਲ, ਇਹ ਮੀਰੀ ਪੀਰੀ ਇਨ ਐਕਸ਼ਨ ਹੈ ਕਿ ਜੋ ਕੰਮ ਕਰਨ ਦੀ ਲੋੜ ਹੈ ਸਾਨੂੰ, ਉਹ ਅਸੀਂ ਬਿਨਾਂ ਕਿਸੇ ਨੂੰ ਉਡੀਕੇ, ਨਾ ਕਿਸੇ ਧਾਰਮਿਕ ਨੇਤਾ ਨੂੰ ਉਡੀਕੇ, ਨਾ ਰਾਜਸੀ ਨੇਤਾ ਨੂੰ ਉਡੀਕੇ, ਜਿੰਨੀ ਸਮਰੱਥਾ ਹੈ, ਜਿੰਨਾ ਕੋ ਬਲ ਸਾਡੇ ਚ ਅਸੀਂ ਉਹਦੇ ਨਾਲ ਕੰਮ ਸ਼ੁਰੂ ਕਰ ਦਿੱਤਾ। ਦੂਜੀ ਉਦਾਹਰਣ ਇੱਕ ਡਿਫਰੈਂਟ ਖੇਤਰ ਦੀ ਆਪਾਂ ਲੈ ਲਈਏ, ਪ੍ਰੋਫੈਸਰ ਸਾਹਿਬ ਸਿੰਘ ਜੀ ਲੈ ਲਓ। ਉਹਨਾਂ ਨੇ ਮਹਿਸੂਸ ਕੀਤਾ ਕਿ ਗੁਰਬਾਣੀ ਦੀ ਵਿਆਖਿਆ ਦੇ ਵਾਸਤੇ ਸਾਨੂੰ ਇੱਕ ਵਿਆਕਰਣ ਦੇ ਉੱਤੇ ਕੰਮ ਕਰਨ ਦੀ ਲੋੜ ਹੈ, ਇਹਦੇ ਅਰਥਾਂ ਨੂੰ ਸਾਇੰਟੀਫਿਕ ਤਰੀਕੇ ਨਾਲ ਐਨਾਲਾਈਜ਼ ਕਰਕੇ ਲਿਖਣ ਦੀ ਲੋੜ ਹੈ। ਤੇ ਉਹਨਾਂ ਨੇ ਕਿਸੇ ਨੂੰ ਨਹੀਂ ਉਡੀਕਿਆ। ਉਹਨਾਂ ਨੇ ਤੇ ਜਦੋਂ ਇਹ ਕੰਮ ਸ਼ੁਰੂ ਕੀਤਾ ਤੇ ਉਹਨਾਂ ਦੇ ਜਿਹੜੇ ਲਿਖਿਆ ਹੋਇਆ ਸਟੀਕ ਸੀ, ਦਰਪਣ, ਜਿਹਨੂੰ ਅੱਜ ਅਸੀਂ ਬੜੇ ਸਤਿਕਾਰ ਨਾਲ ਕਹਿੰਦੇ ਆ, ਉਹ ਛਾਪਣ ਨੂੰ ਹੀ ਸਾਡੇ ਧਾਰਮਿਕ ਨੇਤਾਵਾਂ ਨੇ ਨਾ ਕਰ ਦਿੱਤੀ। ਇਹ ਤਾਂ ਸਾਡੀ ਹਾਲਤ ਹੈ। ਪਰ ਇਸ ਗੱਲ ਨੂੰ ਪ੍ਰੋਫੈਸਰ ਸਾਹਿਬ ਸਿੰਘ ਨੇ ਕਿਸੇ ਆੜੇ ਨਹੀਂ ਆਉਣ ਦਿੱਤਾ। ਉਹਨਾਂ ਨੇ ਜੋ ਮਿਥਿਆ ਸੀ ਉਹਦੇ ਲਈ ਉਹਨਾਂ ਨੇ ਨਾ ਕਿਸੇ ਦੀ ਉਡੀਕ ਕੀਤੀ, ਨਾ ਕਿਸੇ ਦੀ ਸਰਪ੍ਰਸਤੀ ਦੀ ਮੰਗ ਕੀਤੀ, ਨਾ ਕਿਸੇ ਰਾਜੇ ਦੇ ਕੋਲ ਗਏ, ਨਾ ਕਿਸੇ ਰਈਸ ਦੇ ਕੋਲ ਗਏ। ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਕੰਮ ਨੇਪਰੇ ਚਾੜ ਦਿੱਤਾ। ਅੱਜ ਸਾਡੇ ਅੰਦਰ ਜਿੰਨੀ ਚੇਂਜ ਆਈ ਹੈ, ਹਰ ਸਾਡੇ ਅੰਦਰ ਜਿੰਨਾ ਸੁਧਾਰ ਹੋ ਰਿਹਾ ਹੈ ਜਾਂ ਅੱਗੋਂ ਆਉਣ ਵਾਲੇ ਜ਼ਮਾਨੇ 'ਚ ਹੋਏਗਾ, ਉਹ ਸਾਰਿਆਂ ਦੀ ਜਿਹੜੀ ਆਖਰੀ ਜੜ ਹੈ ਸਾਨੂੰ ਇਸ ਕਿਤਾਬ ਦੇ ਵਿੱਚ ਮਿਲ ਜਾਂਦੀ ਹੈ, ਕਿਉਂਕਿ ਗੁਰਬਾਣੀ ਸਾਨੂੰ ਸਮਝਣ ਦੀ ਜਾਚ ਹੀ ਉਹਨਾਂ ਦੀ। ਫਿਰ ਅਸੀਂ ਸਾਰਿਆਂ ਨੇ ਸਾਖੀ ਸੁਣੀ ਹੋਈ ਹੈ, ਕਹਾਣੀ ਸੁਣੀ ਹੋਈ ਹੈ ਕਿ ਜਦੋਂ ਹਰਮੰਦਰ ਸਾਹਿਬ ਦੇ ਪੁਜਾਰੀਆਂ ਨੇ ਉਹ ਚੌਥੇ ਪੌੜੇ ਦੇ ਜਿਹੜੇ ਲੋਕ ਸਨ, ਸਾਡੇ ਜਿਹੜੇ ਸਭ ਤੋਂ ਨੀਵੀਂ ਜਾਤ ਮੰਨੀ ਜਾਂਦੀ ਹੈ, ਉਹਨਾਂ ਦੇ ਲੋਕਾਂ ਦਾ ਪ੍ਰਸ਼ਾਦ ਉੱਥੇ ਐਕਸੈਪਟ ਕਰਨ ਤੋਂ ਨਾ ਕਰ ਦਿੱਤਾ। ਤੇ ਉਹਨਾਂ ਨੂੰ ਲੱਗਿਆ ਕਿ ਸਾਡੇ ਨਾਲ ਖੜਨ ਵਾਲਾ ਕੋਈ ਨਹੀਂ। ਉਹ ਕੁਝ ਹੋਰ, ਮੈਨੂੰ ਸਾਰਿਆਂ ਦੇ ਨਾਮ ਯਾਦ ਨਹੀਂ, ਪਰ ਇੱਕ ਨਾਮ ਮੇਰੇ ਦਿਮਾਗ ਵਿੱਚ ਜ਼ਰੂਰ ਟਿਕਿਆ ਹੋਇਆ, ਪ੍ਰਿੰਸੀਪਲ ਤੇਜਾ ਸਿੰਘ ਨੂੰ ਵੀ ਉਹਨਾਂ ਨੇ ਗੱਲ ਕੀਤੀ ਤੇ ਉਹ ਖਾਲਸਾ ਕਾਲਜ ਤੋਂ ਇਹਨਾਂ ਨੂੰ ਨਾਲ ਲੈ ਕੇ ਤੁਰ ਪਏ। ਉਹਦਾ ਪ੍ਰਭਾਵ ਕੁਝ ਐਸਾ ਬਣਿਆ ਕਿ ਜਦ ਤੱਕ ਉਹ ਪਹੁੰਚੇ ਉੱਥੇ, ਉਦੋਂ ਤੱਕ ਉਹ ਪੁਜਾਰੀ ਛੱਡ ਕੇ ਹੀ ਦੌੜ ਗਏ। ਹੁਣ ਇਹ ਮੀਰੀ ਪੀਰੀ ਇਨ ਐਕਸ਼ਨ ਹੈ। ਇਹ ਜ਼ਰੂਰੀ ਨਹੀਂ ਕਿ ਤਲਵਾਰਾਂ ਚੁੱਕ ਕੇ ਜਾਂ ਇਲੈਕਸ਼ਨਾਂ ਲੜ ਕੇ ਜਾਂ ਉਹਨਾਂ ਚੀਜ਼ਾਂ ਨਾਲ ਹੀ ਮੀਰੀ ਪੀਰੀ ਇਨ ਐਕਸ਼ਨ ਹੋਣੀ ਹੈ। ਇਹ ਮੀਰੀ ਪੀਰੀ ਇਨ ਐਕਸ਼ਨ ਹੈ। ਉਹਨੇ ਸਾਡੇ ਅੰਦਰ ਕਿੰਨੀ ਵੱਡੀ ਚੇਂਜ ਲਿਆ ਦਿੱਤੀ ਸਾਡੇ ਗੁਰਦੁਆਰਿਆਂ ਦੇ ਵਿੱਚ, ਇਸ ਇੱਕ ਐਕਸ਼ਨ ਨੇ। ਇਹ ਉਹਨਾਂ ਕੁਝ ਕੁ ਉਹਨਾਂ ਦੇ ਨਾਲ ਹੋਰ ਵੀ ਸਨ, ਉਹ ਇਕੱਲੇ ਨਹੀਂ ਸਨ। ਉਹ ਸਾਰੇ ਗੁਰਸਿੱਖਾਂ ਦਾ ਉਦਮ ਸੀ। ਉਹਨਾਂ ਦੇ ਕੋਲ ਕੋਈ ਉਹੋ ਜਿਹਾ ਬਲ ਨਹੀਂ ਸੀ ਜਿਹਦੇ ਨਾਲ ਉਹ ਪੁਜਾਰੀਆਂ ਨੂੰ, ਜਿਨ੍ਹਾਂ ਦੀ ਪਿੱਠ ਉੱਤੇ ਪੂਰੀ ਬ੍ਰਿਟਿਸ਼ ਸਰਕਾਰ ਹੋਵੇ, ਉਹਨਾਂ ਨੂੰ ਕੁਝ ਉਹ ਹਰਾ ਸਕਦੇ ਜਾਂ ਦਬਾ ਸਕਦੇ। ਇੱਕ ਸੀ ਵੀ ਮੈਂ ਸਿੱਖ ਹਾਂ, ਮੇਰਾ ਫਰਜ਼ ਹੈ ਮੈਂ ਇਹ ਕੰਮ ਕਰ। ਤੇ ਇੱਕ ਐਗਜ਼ਾਮਪਲ ਤਾਂ ਸਾਡੇ ਵਿੱਚ ਬੈਠੀ ਹੈ। ਹੁਣ ਇੱਥੇ ਲੋੜ ਮਹਿਸੂਸ ਹੋਈ ਕਿ ਇੰਗਲਿਸ਼ ਦੀ ਟ੍ਰਾਂਸਲੇਸ਼ਨ ਸਾਨੂੰ ਜੋ ਮਿਲਦੀ ਹੈ ਗੁਰਬਾਣੀ ਦੀ, ਉਹ ਠੀਕ ਨਹੀਂ ਮਿਲਦੀ। ਤੇ ਇਹ ਡਾਕਟਰ ਸੁਰਿੰਦਰ ਸਿੰਘ ਜੀ ਸਾਡੇ 'ਚ ਬੈਠੇ ਨੇ, ਇਹਨਾਂ ਨੇ ਕਿਸੇ ਦੀ ਉਡੀਕ ਨਹੀਂ ਕੀਤੀ, ਕੁਝ ਸੱਜਣ ਇਕੱਠੇ ਹੋਏ ਤੇ ਇੱਕ ਵੱਡਾ ਪ੍ਰੋਜੈਕਟ ਲੱਗ ਗਿਆ। ਦਿਸ ਇਜ਼ ਮੀਰੀ ਪੀਰੀ ਇਨ ਐਕਸ਼ਨ। ਇਹ ਸੋਚ ਚਾਹੀਦੀ। ਔਰ ਉਹ ਪ੍ਰੋਜੈਕਟ ਹੁਣ ਵੱਡਾ ਹੁੰਦਾ ਹੁੰਦਾ ਕਿੰਨੀਆਂ ਭਾਸ਼ਾਵਾਂ ਤੱਕ ਹੋ ਗਿਆ, ਔਰ ਉਹਦੇ 'ਚ ਕਿੰਨਾ ਕੰਮ ਹੋ ਰਿਹਾ। ਜੇ ਇਹ ਸਾਡੇ ਵਾਂਗ ਹੀ ਇਹ ਗੱਲਾਂ ਕਰਦੇ ਰਹਿੰਦੇ ਕਿ ਕੋਈ ਸੰਸਥਾ ਇਸ ਕੰਮ ਨੂੰ ਲਵੇ ਤੇ ਅਸੀਂ ਨਾਲ ਲੱਗੀਏ, ਸਾਡੀ ਸ਼੍ਰੋਮਣੀ ਕਮੇਟੀ ਲਵੇ, ਸਾਡੇ ਜਥੇਦਾਰ ਲੈਣ ਜਾਂ ਕੋਈ ਹੋਰ ਲਵੇ, ਇਸੇ ਚੀਜ਼ ਨੂੰ ਉਡੀਕਦੇ ਰਹਿੰਦੇ ਤੇ ਇਹ ਕੰਮ ਕਦੀ ਹੋਣਾ ਹੀ ਨਹੀਂ। ਇਸ ਤੋਂ ਪਹਿਲਾਂ ਵੀ ਜਿੰਨਿਆਂ ਨੇ ਕੰਮ ਕੀਤੇ ਨੇ, ਜਿਨ੍ਹਾਂ ਨੇ ਅਸੀਂ ਮਤਲਬ ਮਾਡਰਨ ਆਈਟੀ ਦੇ ਹਿਸਾਬ ਨਾਲ ਡਾਕਟਰ ਥਿੰਨ ਦੀ ਗੱਲ ਕਰੀਏ, ਅਸੀਂ ਜਾਂ ਉਹ ਜਿਹੜੀ ਇੰਗਲਿਸ਼ ਟ੍ਰਾਂਸਲੇਸ਼ਨ ਅੱਜ ਵੀ ਅਵੇਲੇਬਲ ਹੈ, ਉਹ ਜਿਹਨਾਂ ਲੋਕਾਂ ਨੇ ਕੀਤਾ, ਉਹਨਾਂ ਨੇ ਬਸ ਸੋਚਿਆ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੀਰੀ ਪੀਰੀ ਦਾ ਅਰਥ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਹਮੇਸ਼ਾ ਇੰਨਾ ਸਮਰੱਥ ਰੱਖੀਏ ਕਿ ਸਾਡੇ ਸਾਹਮਣੇ ਰੁਕਾਵਟਾਂ ਕਿੰਨੀਆਂ ਵੱਡੀਆਂ ਨੇ, ਕਿੰਨੀਆਂ ਕੁ ਵੱਡੀਆਂ ਸਾਡੇ ਸਾਹਮਣੇ ਰੁਕਾਵਟਾਂ ਨੇ, ਅਸੀਂ ਉਹਨਾਂ ਦੇ ਸਾਹਮਣੇ ਕਿੰਨੇ ਬੌਣੇ ਕਿਉਂ ਨਾ ਹੋਈਏ, ਜੋ ਕੰਮ ਕਰਨ ਦੀ ਲੋੜ ਹੈ ਉਹ ਅਸੀਂ ਚੁੱਪ ਕਰਕੇ, ਹਿੰਮਤ ਕਰਕੇ ਅਰਦਾਸ ਕਰੀਏ ਤੇ ਉਹ ਕੰਮ ਸ਼ੁਰੂ ਕਰ ਦਈਏ। ਇਹ ਹੈ ਮੇਰੀ ਪੀਰੀ ਦਾ ਸਿਧਾਂਤ। ਇਹ ਹਰ ਸਿੱਖ ਦੇ ਜੀਵਨ ਦੇ ਵਿੱਚ ਵਰਤਣਾ ਚਾਹੀਦਾ ਹੈ। ਤੇ ਜਦੋਂ ਤੱਕ ਅਸੀਂ ਇਸ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ, ਹਾਲਾਂਕਿ ਇਹ ਸਿਧਾਂਤ ਦੀ ਗੱਲ ਆਪਾਂ ਕਰ ਰਹੇ ਹਾਂ, ਇਹ ਤਾਂ ਸਿੱਖੀ ਦੀ ਜੀਵਨ ਜੁਗਤ ਹੀ ਅਸਲ ਦੇ ਵਿੱਚ ਹੈ ਕਿ ਜਿਹੜਾ ਕੰਮ ਕਰਨਾ ਹੈ ਉਹ ਬਿਨਾਂ ਸੋਚੇ, ਜਿਹੜਾ ਠੀਕ ਹੈ ਆਪਾਂ ਉਹਦੇ ਤੇ ਖੜੇ ਹੋ ਜਾਣਾ, ਡਟ ਕੇ ਖੜੇ ਹੋ ਜਾਣਾ, ਉਸ ਤੋਂ ਬਾਅਦ ਝੁਕਣਾ ਨਹੀਂ ਹੈ।
ਇਹ ਸਾਡੇ ਵਾਸਤੇ ਇੱਕ ਜੀਵਨ ਜੁਗਤ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਸਾਨੂੰ ਜੀਵਨ ਜੁਗਤ ਦਿੱਤੀ ਹੈ। ਇਹੀ ਜੁਗਤ ਦਾ ਨਾਮ ਮੀਰੀ ਪੀਰੀ ਦਾ ਸਿਧਾਂਤ ਹੈ, ਕੋਈ ਵੱਖਰੀ ਚੀਜ਼ ਨਹੀਂ ਹੈ। ਪੂਰੀ ਤਰ੍ਹਾਂ ਉਹਨਾਂ ਸਿਧਾਂਤਾਂ ਦੇ ਵਿੱਚੋਂ ਹੀ ਇੱਕ ਅਸੀਂ ਕਹਿ ਲਈਏ ਕਿ ਇਸ ਢੰਗ ਨਾਲ ਸਾਨੂੰ ਸਾਡੀ ਸਾਈਕੋਲੋਜੀ ਦੇ ਵਿੱਚ ਉਹਨਾਂ ਨੇ ਫਿਕਸ ਕਰਨ ਵਾਸਤੇ ਕਿ ਇਹ ਸਿਧਾਂਤ ਦੇ ਉੱਤੇ ਅਸੀਂ ਅਮਲ ਕਰਨਾ ਹੈ। ਇਹ ਮੀਰੀ ਪੀਰੀ ਦਾ ਨਾਮ ਸਤਿਗੁਰੂ ਜੀ ਨੇ ਸਾਨੂੰ ਦੇ ਦਿੱਤਾ, ਸਮਝਾ ਦਿੱਤਾ। ਲੋੜ ਹੈ ਇਹਨੂੰ ਚੰਗੀ ਤਰ੍ਹਾਂ ਸਮਝਣ ਦੀ ਤੇ ਇਹਦੇ ਉੱਤੇ ਅਮਲ ਕਰਨ। ਬਹੁਤ ਸਾਰੀਆਂ ਭੁੱਲਾਂ ਵੀ ਹੋ ਗਈਆਂ ਜੀ, ਗੁਸਤਾਖੀਆਂ ਵੀ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।